ਅੱਜ ਪਰਮੇਸ਼ਰ ਨੇ ਸਾਨੂੰ ਸਵਰਗ ਜਾਣ ਦੇ ਦਿਨ ਦੀ ਆਸ਼ੀਸ਼ਿਤ ਅਤੇ ਪਵਿੱਤਰ ਪਰਵ ਦੀ ਆਗਿਆ ਦਿੱਤੀ ਹੈ। ਮੈਨੂੰ ਆਸ ਹੈ ਕਿ ਅੱਜ ਸਵਰਗ ਜਾਣ ਦੇ ਦਿਨ ਦੇ ਪਰਵ ਦੇ ਦੁਆਰਾ ਅਸੀਂ ਸਾਰੇ ਇਹ ਵਿਸ਼ਵਾਸ ਰੱਖ ਪਾਵਾਂਗੇ ਕਿ ਮਸੀਹ ਦੇ ਵਾਂਗ ਅਸੀਂ ਵੀ ਬਦਲ ਜਾਵਾਂਗੇ ਅਤੇ ਸਦੀਪਕ ਸਵਰਗ ਵਿੱਚ ਚੁੱਕ ਲਿੱਤੇ ਜਾਵਾਂਗੇ। ਆਓ ਅਸੀਂ ਸਵਰਗ ਜਾਣ ਦਾ ਦਿਨ ਅਤੇ ਪਰਮੇਸ਼ਰ ਦੇ ਨਾਲ ਚੱਲਣ ਵਾਲੇ ਲੋਕ ਇਸ ਉਪਦੇਸ਼ ਸਿਰਲੇਖ ਹੇਠ ਪਰਮੇਸ਼ਰ ਦੇ ਵਚਨਾਂ ਦਾ ਅਧਿਐਨ ਕਰਨ ਲਈ ਕੁਝ ਸਮਾਂ ਲਈਏ। ਸਵਰਗ ਜਾਣ ਦਾ ਦਿਨ ਉਸ ਮਹਿਮਾ ਨੂੰ ਯਾਦ ਕਰਨ ਦਾ ਪਰਵ ਹੈ ਕਿ 2000 ਸਾਲ ਪਹਿਲਾਂ ਜੈਤੂਨ ਪਹਾੜ ਤੋਂ ਯੀਸ਼ੂ ਮਸੀਹ ਸਵਰਗ ਗਏ ਸੀ। ਮਸੀਹ ਨੇ ਸਲੀਬ ਉੱਤੇ ਆਪਣਾ ਲਹੂ ਵਹਾ ਕੇ ਮਨੁੱਖ ਜਾਤੀ ਦੇ ਪਾਪਾਂ ਨੂੰ ਚੁੱਕ ਲਿਆ। ਯੀਸ਼ੂ ਦੇ ਮਰਨ ਦੇ ਬਾਅਦ ਤੀਸਰੇ ਦਿਨ ਉਹ ਮੁਰਦਿਆਂ ਵਿੱਚੋਂ ਠੀਕ ਉਸੇ ਤਰ੍ਹਾਂ ਜੀ ਉੱਠਿਆ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਭਵਿੱਖਬਾਣੀ ਕੀਤੀ ਸੀ। ਯੀਸ਼ੂ ਨੇ 40 ਦਿਨਾਂ ਤੱਕ ਕਈ ਲੋਕਾਂ ਨੂੰ ਇਹ ਤੱਥ ਬਾਰੇ ਗਵਾਹੀ ਦਿੱਤੀ ਕਿ ਉਹ ਜੀ ਉੱਠੇ ਹਨ ਅਤੇ 40 ਦਿਨਾਂ ਦੇ ਬਾਅਦ ਉਹ ਸਵਰਗ ਚਲੇ ਗਏ ਅਤੇ ਉਹਨਾਂ ਦੇ ਚੇਲੇ ਉਹਨਾਂ ਨੂੰ ਦੇਖ ਰਹੇ ਸੀ। ਚੇਲਿਆਂ ਨੇ ਆਪਣੀਆਂ ਅੱਖਾਂ ਨਾਲ ਸਲੀਬ ਉੱਤੇ ਯੀਸ਼ੂ ਮਸੀਹ ਦੀ ਮੌਤ ਨੂੰ ਦੇਖਿਆ ਸੀ। ਬਾਅਦ ਵਿੱਚ ਉਹਨਾਂ ਨੇ ਉਹਨਾਂ ਦਾ ਜੀ ਉੱਠਣਾ ਵੀ ਦੇਖਿਆ ਅਤੇ ਇੱਥੋਂ ਤੱਕ ਕਿ ਉਹਨਾਂ ਨੇ ਸਵਰਗ ਜਾਣ ਨੂੰ ਵੀ ਦੇਖਿਆ। ਯੀਸ਼ੂ ਦੁਆਰਾ ਕੀਤੇ ਗਏ ਇਸ ਤਰ੍ਹਾਂ ਦੇ ਮਹਾਨ ਕੰਮ ਨੂੰ ਦੇਖਣ ਤੋਂ ਬਾਅਦ ਚੇਲੇ ਮਹਾਨ ਵਿਸ਼ਵਾਸ ਰੱਖ ਸਕੇ ਅਤੇ ਪਰਮੇਸ਼ਰ ਵਿੱਚ ਪੱਕਾ ਵਿਸ਼ਵਾਸ ਰੱਖਣ ਦੀ ਆਸ਼ੀਸ਼ ਨੂੰ ਪਾ ਸਕੇ। ਯੀਸ਼ੂ ਮਸੀਹ ਨੇ ਧਰਤੀ ਉੱਤੇ ਆਪਣੇ ਜੀਵਨ ਦੇ ਦੌਰਾਨ ਨਿੱਜੀ ਰੂਪ ਤੋਂ ਉਹਨਾਂ ਨੂੰ ਸਾਰੀ ਸਿੱਖਿਆਵਾਂ ਦਿਖਾਈਆਂ ਜੋ ਉਹਨਾਂ ਨੂੰ ਸਾਮਰੀਆ ਵਿੱਚ ਅਤੇ ਧਰਤੀ ਦੀ ਹੱਦ ਤੱਕ ਖੁਸ਼ਖਬਰੀ ਫੈਲਾਉਣ ਵਿੱਚ ਸਹਾਇਤਾ ਕਰੇਗੀ। ਇਸ ਲਈ ਪਹਿਲੇ ਚਰਚ ਦੇ ਸੰਤਾਂ ਨੇ ਕਿਹਾ, ਯੀਸ਼ੂ ਹੀ ਇਸ ਧਰਤੀ ਉੱਤੇ ਆਏ ਸੱਚੇ ਪਰਮੇਸ਼ਰ ਹਨ ਅਤੇ ਕੋਈ ਵੀ ਯੀਸ਼ੂ ਉੱਤੇ ਵਿਸ਼ਵਾਸ ਕੀਤੇ ਬਿਨਾਂ ਮੁਕਤੀ ਨਹੀਂ ਪਾ ਸਕਦਾ। ਪਹਿਲੇ ਚਰਚ ਦੇ ਮੈਂਬਰ ਮੌਤ ਦੇ ਪਲ ਤੱਕ ਖੁਸ਼ਖਬਰੀ ਦੀ ਦਲੇਰੀ ਨਾਲ ਗਵਾਹੀ ਦੇਣ ਵਿੱਚ ਸਫਲ ਸੀ। ਤੋਬਾ ਅਤੇ ਮੁਕਤੀ ਦਾ ਇਹ ਅੰਦੋਲਨ ਵੱਡੇ ਪੈਮਾਨੇ ਉੱਤੇ ਹੋਇਆ ਜਿਸ ਨਾਲ ਬਹੁਤ ਸਾਰੇ ਲੋਕ ਬਚਾਏ ਗਏ। ਪਰਮੇਸ਼ਰ ਨੇ ਸਾਨੂੰ ਸਿਖਾਇਆ ਕਿ ਅਸੀਂ ਵੀ ਸਦੀਪਕ ਜੀਵਨ ਪ੍ਰਾਪਤ ਕਰਨ ਅਤੇ ਸਵਰਗੀ ਪਿਤਾ ਜੀ ਅਤੇ ਸਵਰਗੀ ਮਾਤਾ ਜੀ ਦੇ ਨਾਲ ਹਮੇਸ਼ਾ ਤੱਕ ਰਹਿਣ ਦੀ ਆਸ਼ੀਸ਼ ਪ੍ਰਾਪਤ ਕਰਕੇ ਆਤਮਿਕ ਸਰੀਰ ਵਿੱਚ ਬਦਲ ਸਕਦੇ ਹਾਂ। ਉਹ ਪਰਵ ਜਿਸ ਦੇ ਦੁਆਰਾ ਪਰਮੇਸ਼ਰ ਸਾਨੂੰ ਇਸ ਦੇ ਲਈ ਜਾਗਰੂਕ ਕਰਦੇ ਹਨ ਉਹ ਸਵਰਗ ਜਾਣ ਦਾ ਦਿਨ ਹੈ। ਇਸ ਲਈ ਜਦ ਅਸੀਂ ਉਹਨਾਂ ਲੋਕਾਂ ਉੱਤੇ ਨਜ਼ਰ ਪਾਉਂਦੇ ਹਾਂ ਜਿਨ੍ਹਾਂ ਨੇ ਸਵਰਗ ਜਾਣ ਦੀ ਮਹਿਮਾ ਵਿੱਚ ਭਾਗ ਲਿਆ ਸੀ ਤਾਂ ਅਸੀਂ ਦੇਖ ਸਕਦੇ ਹਾਂ ਕਿ ਉਹਨਾਂ ਨੇ ਇਸ ਧਰਤੀ ਉੱਤੇ ਰਹਿੰਦੇ ਹੋਏ ਪਰਮੇਸ਼ਰ ਨੂੰ ਬਹੁਤ ਮਹਿਮਾ ਅਤੇ ਖੁਸ਼ੀ ਦਿੱਤੀ ਸੀ। ਇਹ ਉਹ ਸਨ ਜਿਨ੍ਹਾਂ ਨੇ ਹਰ ਦਿਨ ਪ੍ਰਤੀਬਿੰਬਿਤ ਕਰਦੇ ਹੋਏ ਕਿ ਉਹ ਵਿਸ਼ਵਾਸ ਦੇ ਸਹੀ ਰਾਹ ਉੱਤੇ ਚੱਲ ਰਹੇ ਹਨ ਜਾਂ ਨਹੀਂ ਜਿਸ ਤੋਂ ਪਰਮੇਸ਼ਰ ਖੁਸ਼ ਹੁੰਦੇ ਹਨ ਪਰਮੇਸ਼ਰ ਦੇ ਨਾਲ ਚੱਲੇ। ਅੱਜ ਬਾਈਬਲ ਦੇ ਦੁਆਰਾ ਆਓ ਅਸੀਂ ਇਸ ਗੱਲ ਦੀ ਪੁਸ਼ਟੀ ਕਰੀਏ ਕਿ ਅਸੀਂ ਸਾਰੇ ਸਿਯੋਨ ਦੇ ਪਰਿਵਾਰ ਦੇ ਮੈਂਬਰ ਹੋਵਾਂਗੇ ਜੋ ਸਵਰਗ ਜਾਣ ਦੀ ਮਹਿਮਾ ਵਿੱਚ ਭਾਗ ਲੈ ਸਕਦੇ ਹਾਂ। ਆਓ ਅਸੀਂ ਲੂਕਾ ਦੀ ਪੁਸਤਕ ਅਧਿਆਇ 24 ਵਚਨ 37 ਪੜ੍ਹੀਏ। ਪਰ ਉਹ ਵਿਆਕੁਲ ਹੋ ਕੇ ਡਰ ਗਏ ਅਤੇ ਇਹ ਸਮਝੇ ਭਾਈ ਅਸੀਂ ਭੂਤ ਨੂੰ ਵੇਖਦੇ ਹਾਂ। ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਕਾਹਨੂੰ ਘਬਰਾਉਂਦੇ ਹੋ ਅਤੇ ਤੁਹਾਡੇ ਮਨਾਂ ਵਿੱਚ ਚਿੰਤਾ ਕਿਉਂ ਉਪਜਦੀਆਂ ਹਨ? ਮੇਰੇ ਹੱਥ ਅਤੇ ਮੇਰੇ ਪੈਰ ਨੂੰ ਵੇਖੋ ਜੋ ਮੈਂ ਹੀ ਹਾਂ। ਮੈਨੂੰ ਟੋਹੋ ਅਤੇ ਵੇਖੋ ਕਿਉਂਕਿ ਭੂਤ ਦੇ ਮਾਸ ਅਰ ਹੱਡੀਆਂ ਨਹੀਂ ਹੁੰਦੀਆਂ ਜਿਵੇਂ ਮੇਰੇ ਵਿੱਚ ਵੇਖਦੇ ਹੋ। ਚੇਲਿਆਂ ਨੇ ਯੀਸ਼ੂ ਮਸੀਹ ਨੂੰ ਇਸ ਤਰ੍ਹਾਂ ਦੇ ਬਹੁਤ ਦਰਦ ਤੋਂ ਸਤਾਇਆ ਅਤੇ ਤਸੀਹੇ ਹੁੰਦੇ ਹੋਏ ਬਰਸ਼ੀ ਨਾਲ ਉਸ ਦਾ ਪੱਖ ਵਿੰਨ੍ਹਦੇ ਹੋਏ ਅੰਤ ਵਿੱਚ ਮਰਦੇ ਹੋਏ ਦੇਖਿਆ। ਇਹ ਦੇਖ ਕੇ ਕੋਈ ਵੀ ਵਿਸ਼ਵਾਸ ਨਹੀਂ ਕਰ ਸਕਦਾ ਸੀ ਕਿ ਯੀਸ਼ੂ ਮਸੀਹ ਅਸਲ ਵਿੱਚ ਮੁਰਦਿਆਂ ਵਿੱਚੋਂ ਜੀ ਉੱਠੇ ਸੀ ਅਤੇ ਉਹ ਜਿਉਂਦੇ ਸੀ ਜਿਵੇਂ ਕਿ ਉਹਨਾਂ ਨਾਲ ਕੁਝ ਵੀ ਨਾ ਹੋਇਆ ਹੋਵੇ। ਜਦ ਯੀਸ਼ੂ ਜੀ ਉੱਠਣ ਤੋਂ ਬਾਅਦ ਚੇਲਿਆਂ ਦੇ ਸਾਹਮਣੇ ਆਏ ਤਾਂ ਚੇਲੇ ਘਬਰਾ ਗਏ। ਉਹਨਾਂ ਨੇ ਸੋਚਿਆ ਕਿ ਉਹ ਇੱਕ ਭੂਤ ਹੈ। ਤਦ ਯੀਸ਼ੂ ਨੇ ਉਹਨਾਂ ਨੂੰ ਆਖਿਆ, ਘਬਰਾਓ ਨਾ, ਮੇਰੇ ਹੱਥਾਂ ਅਤੇ ਪੈਰਾਂ ਨੂੰ ਵੇਖੋ ਕਿ ਮੈਂ ਉਹੀ ਹਾਂ। ਮੈਨੂੰ ਛੂਹ ਕੇ ਵੇਖੋ। ਇਸ ਤਰ੍ਹਾਂ ਯੀਸ਼ੂ ਨੇ ਉਹਨਾਂ ਨੂੰ ਇਸ ਗੱਲ ਦੀ ਪੁਸ਼ਟੀ ਕਰਨ ਦਿੱਤੀ ਕਿ ਇਹ ਅਸਲ ਵਿੱਚ ਉਹ ਸਨ। ਆਓ ਅਸੀਂ ਵਚਨ 47 ਉੱਤੇ ਜਾਈਏ। ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਹਦੇ ਨਾਮ ਉੱਤੇ ਤੋਬਾ ਅਰ ਪਾਪਾਂ ਦੀ ਮਾਫੀ ਦਾ ਪ੍ਰਚਾਰ ਕੀਤਾ ਜਾਵੇਗਾ। ਤੁਸੀਂ ਇਹਨਾਂ ਗੱਲਾਂ ਦੇ ਗਵਾਹ ਹੋ। ਅਤੇ ਵੇਖੋ, ਮੈਂ ਆਪਣੇ ਪਿਤਾ ਦਾ ਕਰਾਰ ਤੁਹਾਡੇ ਉੱਤੇ ਘੱਲਦਾ ਹਾਂ, ਪਰ ਜਦ ਤੀਕਰ ਤੁਸੀਂ ਉੱਪਰੋਂ ਸ਼ਕਤੀ ਨਾ ਪਾਓ ਸ਼ਹਿਰ ਵਿੱਚ ਰਹੋ।
이 성에 유하라 하시니라। ਉਹ ਉਹਨਾਂ ਨੂੰ ਬਾਹਰ ਬੈਤਨੀਆਂ ਦੇ ਸਾਹਮਣੇ ਲੈ ਗਿਆ ਅਰ ਆਪਣੇ ਹੱਥ ਉਠਾ ਕੇ ਉਹਨਾਂ ਨੂੰ ਆਸੀਸ ਦਿੱਤੀ ਅਤੇ ਇਹੋ ਹੋਇਆ ਕਿ ਜਾਂ ਉਹ ਉਹਨਾਂ ਨੂੰ ਆਸੀਸ ਦੇ ਰਿਹਾ ਸੀ ਤਾਂ ਉਹ ਉਹਨਾਂ ਤੋਂ ਅਲੱਗ ਹੋਇਆ ਅਰ ਆਕਾਸ਼ ਉੱਤੇ ਉਠਾਇਆ ਗਿਆ ਅਤੇ ਉਹ ਉਸ ਨੂੰ ਸੀ ਨਿਵਾ ਕੇ ਵੱਡੀ ਖੁਸ਼ੀ ਨਾਲ ਯਰੂਸ਼ਲਮ ਨੂੰ ਮੁੜੇ ਅਰ ਹੈਕਲ ਵਿੱਚ ਨਿਤ ਪਰਮੇਸ਼ਰ ਦਾ ਧੰਨਵਾਦ ਕਰਦੇ ਰਹੇ। ਚੇਲਿਆਂ ਨੇ ਆਪਣੀਆਂ ਅੱਖਾਂ ਨਾਲ ਯਿਸੂ ਦੇ ਜੀ ਉੱਠਣ 승천하시는 광경 ਅਤੇ ਉਹਨਾਂ ਦੇ ਸਵਰਗ ਜਾਣ ਨੂੰ ਵੀ ਦੇਖਿਆ। 직접 ਇਸ ਦੁਨੀਆ ਵਿੱਚ ਅਸਲ ਵਿੱਚ ਇਸ ਤਰ੍ਹਾਂ ਦਾ ਕੋਈ ਚਮਤਕਾਰ ਨਹੀਂ ਹੋਇਆ ਹੈ। 없습니다। ਇਹ ਘਟਨਾ ਇੰਨੀ ਬੇਮਿਸਾਲ ਹੈ ਕਿ ਕੋਈ ਮਨੁੱਖ ਉਹਨਾਂ ਨੂੰ ਕਦੇ ਦੁਬਾਰਾ ਨਹੀਂ ਕਰ ਸਕਦਾ। ਇਹਨਾਂ ਗੱਲਾਂ ਨੂੰ ਦੇਖ ਕੇ ਚੇਲਿਆਂ ਨੂੰ ਮਹਾਨ ਵਿਸ਼ਵਾਸ ਰੱਖਣ ਦੀ ਸ਼ਕਤੀ ਮਿਲੀ। ਹੁਣ ਉਹ ਹੋਰ ਦਲੇਰੀ ਨਾਲ ਵਿਸ਼ਵਾਸ ਰੱਖਣ ਵਿੱਚ ਸਫਲ ਸਨ ਕਿ ਯਿਸੂ ਇਸ ਧਰਤੀ ਉੱਤੇ ਆਏ ਸੱਚੇ ਪਰਮੇਸ਼ਰ ਹਨ, ਕਿ ਉਹ ਸੱਚਾ ਮਸੀਹਾ, ਮੁਕਤੀਦਾਤਾ ਅਤੇ ਮਸੀਹ ਹੈ। ਇਸ ਸਮੇਂ ਤੋਂ ਉਹਨਾਂ ਨੇ ਇਹ ਖਬਰ ਫੈਲਾਣੀ ਸ਼ੁਰੂ ਕਰ ਦਿੱਤੀ ਕਿ ਜੋ ਕੋਈ ਯਿਸੂ ਉੱਤੇ ਵਿਸ਼ਵਾਸ ਕਰਦਾ ਹੈ ਉਹ ਆਪਣੇ ਪਾਪਾਂ ਦੀ ਮਾਫੀ ਪਾ ਸਕਦਾ ਹੈ ਅਤੇ ਸਵਰਗ ਜਾ ਸਕਦਾ ਹੈ। 2000 ਸਾਲ ਪਹਿਲਾਂ ਚੇਲਿਆਂ ਨੇ ਇਸ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਸੀ। ਇਹ ਦਿਖਾਉਂਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਇਸ ਯੁੱਗ ਵਿੱਚ ਸਾਨੂੰ ਖੁਸ਼ਖਬਰੀ ਦਾ ਪ੍ਰਚਾਰ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ। 광경이라고 볼 수 있겠습니다। ਇਸ ਲਈ ਕਿਰਪਾ ਮਸੀਹ ਦੇ ਇਸ ਸਵਰਗ ਜਾਣ ਦੇ ਬਾਰੇ ਵਿੱਚ ਜੋ 2000 ਸਾਲ ਪਹਿਲਾਂ ਹੋਇਆ ਸੀ ਸਿਰਫ ਇੱਕ ਪੁਸਤਕ ਵਿੱਚ ਲਿਖੀ ਗੱਲ ਦੇ ਰੂਪ 'ਚ ਨਾ ਮੰਨੀਏ। ਕੀ ਹੋਵੇਗਾ ਜੇਕਰ ਮਸੀਹ ਮੁਰਦਿਆਂ ਵਿੱਚੋਂ ਜੀ ਉੱਠੇ ਅਤੇ ਸਾਡੀਆਂ ਅੱਖਾਂ ਸਾਹਮਣੇ ਸਵਰਗ ਨੂੰ ਚੜ੍ਹੇ? 하늘로 올리우셨다। 한번 ਕਿ ਤੁਸੀਂ ਇਸ ਦੀ ਕਲਪਨਾ ਵੀ ਕਰ ਸਕਦੇ ਹੋ ਕਿ ਇਹ ਕੁਝ ਇਸ ਤਰ੍ਹਾਂ ਹੈ ਜੋ ਪਰਮੇਸ਼ਰ ਦੇ ਇਲਾਵਾ ਕੋਈ ਹੋਰ ਕਰ ਸਕਦਾ ਹੈ। ਇਹਨਾਂ ਹੈਰਾਨੀਜਨਕ ਘਟਨਾਵਾਂ ਨੂੰ ਦੇਖਣ ਤੋਂ ਬਾਅਦ ਜਿਸ ਨੂੰ ਪਰਮੇਸ਼ਰ ਦੇ ਇਲਾਵਾ ਕੋਈ ਵੀ ਕਰਨ ਵਿੱਚ ਸਫਲ ਨਹੀਂ ਹੈ, ਚੇਲਿਆਂ ਨੇ ਮਹਾਨ ਵਿਸ਼ਵਾਸ ਰੱਖਿਆ ਅਤੇ ਯਿਸੂ ਦੇ ਬਾਰੇ ਵਿੱਚ ਇਸ ਖੁਸ਼ਖਬਰੀ ਦਾ ਸਾਮਰੀਆ ਵਿੱਚ ਅਤੇ ਧਰਤੀ ਦੀ ਹੱਦ ਤੱਕ ਪ੍ਰਚਾਰ ਕੀਤਾ। ਇਸ ਲਈ ਜਿੱਥੇ ਕਿਤੇ ਵੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਗਿਆ, ਲੋਕਾਂ ਨੇ ਮਸੀਹ ਦੇ ਬਾਰੇ ਵਿੱਚ ਖਬਰ ਸੁਣੀ ਅਤੇ ਵਿਸ਼ਵਾਸ ਕਰਨ ਵਾਲਿਆਂ ਦੀ ਗਿਣਤੀ ਹਰ ਦਿਨ ਵੱਧਦੀ ਗਈ। ਇਹਨਾਂ ਸ਼ਾਨਦਾਰ ਕੰਮਾਂ ਨੂੰ ਅਸੀਂ ਰਸੂਲਾਂ ਦੀ ਪੁਸਤਕ ਵਿੱਚ ਦੇਖ ਸਕਦੇ ਹਾਂ। 대목입니다। ਆਓ ਅਸੀਂ ਰਸੂਲਾਂ ਦੀ ਪੁਸਤਕ ਅਧਿਆਇ 1 ਉੱਤੇ ਜਾਈਏ ਅਤੇ ਜੀ ਉੱਠਣ ਦੇ 40 ਦਿਨਾਂ ਬਾਅਦ ਯਿਸੂ ਦੇ ਸਵਰਗ ਜਾਣ ਦੇ ਦ੍ਰਿਸ਼ ਨੂੰ ਇੱਕ ਵਾਰ ਦੁਬਾਰਾ ਦੇਖੀਏ। 더 확인해 보도록 합시다। ਆਓ ਅਸੀਂ ਵਚਨ 3 ਦੇ ਨਾਲ ਜਾਰੀ ਰਹੀਏ। ਉਸਨੇ ਆਪਣੇ ਦੁੱਖ ਭੋਗਣ ਦੇ ਮਗਰੋਂ ਆਪ ਨੂੰ ਉਹਨਾਂ ਉੱਤੇ ਬਹੁਤਿਆਂ ਪ੍ਰਮਾਣਾਂ ਨਾਲ ਜਿਉਂਦਾ ਪ੍ਰਗਟ ਕੀਤਾ ਕਿ ਉਹ 40 ਦਿਨਾਂ ਤੱਕ ਉਹਨਾਂ ਨੂੰ ਦਰਸ਼ਨ ਦਿੰਦਾ ਅਤੇ ਪਰਮੇਸ਼ਰ ਦੇ ਰਾਜ ਦੀਆਂ ਗੱਲਾਂ ਕਰਦਾ ਰਿਹਾ। 말씀하시니라। ਔਰ ਉਹਨਾਂ ਦੇ ਨਾਲ ਇਕੱਠੇ ਹੋ ਕੇ ਉਸਨੇ ਉਹਨਾਂ ਨੂੰ ਹੁਕਮ ਦਿੱਤਾ, ਭਾਈ ਯਰੂਸ਼ਲਮ ਤੋਂ ਬਾਹਰ ਨਾ ਜਾਓ, ਪਰ ਪਿਤਾ ਦੇ ਉਸ ਕਰਾਰ ਦੀ ਉਡੀਕ ਵਿੱਚ ਰਹੋ ਜਿਹਦੇ ਵਿਖੇ ਤੁਸਾਂ ਮੈਥੋਂ ਸੁਣਿਆ, ਕਿਉਂ ਜੋ ਯਹੂਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਥੋੜੇ ਦਿਨਾਂ ਪਿੱਛੋਂ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ। ਸੋ ਜਾਂ ਉਹ ਇਕੱਠੇ ਹੋਏ ਤਾਂ ਉਹਨਾਂ ਉਸ ਤੋਂ ਪੁੱਛਿਆ ਕਿ ਪ੍ਰਭੂ ਜੀ, ਕਿ ਤੂੰ ਇਸ ਵੇਲੇ ਇਜ਼ਰਾਈਲ ਦਾ ਰਾਜ ਬਹਾਲ ਕਰਦਾ ਹੈ? ਉਸਨੇ ਉਹਨਾਂ ਨੂੰ ਆਖਿਆ, ਤੁਹਾਡਾ ਕੰਮ ਨਹੀਂ, ਭਾਈ ਉਹਨਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵਸ ਵਿੱਚ ਰੱਖੇ ਹਨ। ਪਰ ਜਦ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਰ ਸਾਰੇ ਯਹੂਦੀਆ ਅਰ ਸਾਮਰੀਆ ਵਿੱਚ ਸਗੋਂ ਧਰਤੀ ਦੇ ਬੰਨੇ ਤੱਕ ਮੇਰੇ ਗਵਾਹ ਹੋਵੋਗੇ। 하시니라। ਇਹ ਆਖਦੇ ਹੋਏ ਉਹ ਉਹਨਾਂ ਦੇ ਦੇਖਦੇ ਦੇਖਦੇ ਉੱਪਰ ਚੁੱਕ ਲਿੱਤਾ ਗਿਆ। ਕਿ ਉੱਪਰ ਚੁੱਕ ਲਿੱਤੇ ਜਾਣ ਦਾ ਮਤਲਬ ਇਹ ਨਹੀਂ ਕਿ ਉਹ ਸਵਰਗ ਨੂੰ ਚੜ ਗਏ। ਉਹ ਉਹਨਾਂ ਨੂੰ ਦੇਖਦੇ ਦੇਖਦੇ ਉੱਪਰ ਚੁੱਕ ਲਿੱਤਾ ਗਿਆ ਅਤੇ ਬੱਦਲਾਂ ਨੇ ਉਸ ਨੂੰ ਉਹਨਾਂ ਦੀਆਂ ਅੱਖਾਂ ਤੋਂ ਓਹਲੇ ਕਰ ਦਿੱਤਾ। ਔਰ ਉਸਦੇ ਜਾਂਦਿਆਂ ਹੋਇਆਂ ਜਾਂ ਉਹ ਆਕਾਸ਼ ਦੀ ਵੱਲ ਤੱਕ ਰਹੇ ਸਨ, ਵੇਖੋ 2 ਜਣੇ ਚਿੱਟਾ ਪਹਿਰਾਵਾ ਪਹਿਨੀ ਉਹਨਾਂ ਦੇ ਕੋਲ ਖਲੋਤੇ ਸਨ ਅਤੇ ਉਹ ਆਖਣ ਲੱਗੇ, ਹੇ ਗਲੀਲੀ ਪੁਰਖੋ, ਤੁਸੀਂ ਕਿਉਂ ਖੜੇ ਆਕਾਸ਼ ਦੀ ਵੱਲ ਵੇਖਦੇ ਹੋ? ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਆਕਾਸ਼ ਉੱਪਰ ਉਠਾ ਲਿਆ ਗਿਆ ਉਸੇ ਤਰ੍ਹਾਂ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਆਕਾਸ਼ ਉੱਤੇ ਜਾਂਦੇ ਵੇਖਿਆ। ਤਦ ਉਹ ਉਸ ਪਹਾੜ ਤੋਂ ਜਿਹੜਾ ਜੈਤੂਨ ਨੂੰ ਸਦੀਦਾ ਹੈ ਅਤੇ ਯਰੂਸ਼ਲਮ ਦੇ ਨੇੜੇ ਇੱਕ ਸਬਤ ਦੇ ਦਿਨ ਦੀ ਵਾਟ ਹੈ, ਯਰੂਸ਼ਲਮ ਨੂੰ ਮੁੜੇ। 길에 가기에 알만한 길이더라 하고 했습니다। ਇਹ ਦੇਖਣ ਤੋਂ ਬਾਅਦ ਚੇਲਿਆਂ ਨੂੰ ਬਹੁਤ ਖੁਸ਼ੀ ਹੋਈ। ਉਹ ਮਰਕੁਸ ਦੇ ਉੱਪਰੀ ਕਮਰੇ ਵਿੱਚ ਇਕੱਠੇ ਹੋਏ ਅਤੇ 10 ਦਿਨਾਂ ਤੱਕ ਉਤਸੁਕਤਾ ਨਾਲ ਪ੍ਰਾਰਥਨਾ ਕੀਤੀ। ਇੱਕ ਵਾਰ ਜਦ ਉਹਨਾਂ ਨੂੰ ਪਹਿਲੀ ਬਰਸਾਤ ਦਾ ਪਵਿੱਤਰ ਆਤਮਾ ਮਿਲਿਆ ਤਾਂ ਉਸ ਦਿਨ ਤੋਂ ਸ਼ਕਤੀਸ਼ਾਲੀ ਰੂਪ ਨਾਲ ਪਰਮੇਸ਼ਰ ਦੀ ਖੁਸ਼ਖਬਰੀ ਦੇ ਦਰਵਾਜ਼ੇ ਖੁੱਲ੍ਹ ਗਏ। ਪਹਿਲੀ ਬਰਸਾਤ ਦਾ ਪਵਿੱਤਰ ਆਤਮਾ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੇ ਇਹ ਕਹਿੰਦੇ ਹੋਏ ਵਿਸ਼ਵਾਸ ਦੇ ਨਾਲ ਕਈ ਲੋਕਾਂ ਨੂੰ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਵੀ ਵਿਸ਼ਵਾਸ ਕਰਕੇ ਸਵਰਗ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਨਹੀਂ ਸੀ ਕਿ ਉਹਨਾਂ ਨੇ ਪ੍ਰਚਾਰ ਦੇ ਲਈ ਕਿਸੇ ਤਰ੍ਹਾਂ ਦੀ ਮਨ ਕੀ ਕਿਰਤ ਯੋਜਨਾ ਜਾਂ ਪ੍ਰਣਾਲੀ ਬਣਾਈ, 이런 것이 아니라 ਕਿਉਂਕਿ ਉਹਨਾਂ ਨੇ ਸਰੀਰਕ ਰੂਪ ਨਾਲ ਮਸੀਹ ਦੇ ਸਾਰੇ ਕੰਮਾਂ ਨੂੰ ਦੇਖਿਆ
ਤਾਂ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ, ਜੋ ਕੋਈ ਯਿਸੂ ਉੱਤੇ ਵਿਸ਼ਵਾਸ ਕਰਦਾ ਹੈ ਉਸ ਦਾ ਮਸੀਹ ਦੀ ਤਰ੍ਹਾਂ ਬਦਲਣਾ ਅਤੇ ਜੀ ਉੱਠਣਾ ਹੋ ਸਕਦਾ ਹੈ ਅਤੇ ਉਹ ਸਵਰਗ ਦੇ ਸਦੀਪਕ ਰਾਜ ਵਿੱਚ ਜਾ ਸਕਦਾ ਹੈ। 하기 시작했던 것입니다. ਇਸ ਲਈ ਰਸੂਲਾਂ ਦੇ ਕਰਤੱਵ ਅਧਿਆਇ 2 ਵਿੱਚ ਲਿਖਿਆ ਹੈ ਕਿ ਚੇਲਿਆਂ ਨੂੰ ਪਿੰਤੇਕੋਸਤ ਉੱਤੇ ਪਹਿਲੀ ਬਰਸਾਤ ਦਾ ਪਵਿੱਤਰ ਆਤਮਾ ਮਿਲਣ ਤੋਂ ਬਾਅਦ ਚੇਲਿਆਂ ਦੀ ਗਿਣਤੀ ਹਰ ਦਿਨ ਵੱਧਦੀ ਗਈ, ਕਿਉਂਕਿ ਉਹਨਾਂ ਨੇ ਵਿਸ਼ਵਾਸ ਨਾਲ ਪ੍ਰਚਾਰ ਕੀਤਾ। ਤਾਂ ਜਿੱਥੇ ਕਿਤੇ ਯਿਸੂ ਦਾ ਪ੍ਰਚਾਰ ਕੀਤਾ ਗਿਆ ਉੱਥੇ ਹਰ ਦਿਨ 3000 ਅਤੇ ਇੱਥੇ ਤੱਕ ਕਿ 5000 ਪਵਿੱਤਰ ਆਤਮਾ ਦੇ ਸੁੰਦਰ ਫਲ ਪੈਦਾ ਹੋਏ। ਇਹ ਪੂਰੀ ਤਰ੍ਹਾਂ ਨਾਲ ਮਸੀਹ ਦੀਆਂ ਸਿੱਖਿਆਵਾਂ ਨੂੰ ਪ੍ਰਚਾਰ ਕਰਨ ਦਾ ਮੌਕਾ ਬਣ ਗਿਆ ਹੈ ਕਿ ਜੋ ਕੋਈ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਦਾ ਹੈ ਉਹ ਸਵਰਗ ਜਾ ਸਕਦਾ ਹੈ। ਫਿਰ ਸਵਰਗ ਜਾਣ ਦੇ ਸੰਬੰਧੀ ਮਾਮਲਿਆਂ ਦੇ ਬਾਰੇ ਕੁਝ ਇਸ ਤਰ੍ਹਾਂ ਹੈ ਜਿਸ ਦੇ ਬਾਰੇ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ। ਕੁਝ ਹੋਰ ਵੀ ਲੋਕ ਹਨ ਜੋ ਸਵਰਗ ਨੂੰ ਚੜ੍ਹੇ। 신이가 있죠. 에녹이 ਉਹ ਹਨੋਕ ਅਤੇ ਏਲੀਆ ਹਨ। ਆਓ ਅਸੀਂ ਇਬਰਾਨੀਓ ਅਧਿਆਇ 11 ਵਿੱਚ ਜਾ ਕੇ ਇਸ ਗੱਲ ਦੀ ਪੁਸ਼ਟੀ ਕਰੀਏ ਕਿ ਹਨੋਕ ਸਵਰਗ ਵਿੱਚ ਕਿਵੇਂ ਚੜ ਸਕਿਆ। 11장을 한번 열어보도록 합시다. ਆਓ ਅਸੀਂ ਅਧਿਆਇ 11 ਵਚਨ 5 ਪੜ੍ਹੀਏ। ਨੇਚਾ ਨਾਲ ਹਨੋਕ ਉਤਾਂਹ ਚੁੱਕਿਆ ਗਿਆ, ਭਾਈ ਮੌਤ ਨਾ ਵੇਖੇ ਅਤੇ ਉਹਦਾ ਪਤਾ ਨਾ ਲੱਗਿਆ, 하나님이 ਇਸ ਲਈ ਜੋ ਪਰਮੇਸ਼ਰ ਨੇ ਉਹਨੂੰ ਉਤਾਂਹ ਚੁੱਕ ਲਿਆ, 저는 ਕਿਉਂਕਿ ਜੋ ਉਹਦੇ ਉਤਾਂਹ ਚੁੱਕੇ ਜਾਣ ਤੋਂ ਪਹਿਲਾਂ ਇਹ ਸਾਖੀ ਦਿੱਤੀ ਗਈ ਸੀ, ਭਾਈ ਉਹ ਪਰਮੇਸ਼ਰ ਦੇ ਮਨ ਪਾਉਂਦਾ ਹੈ। ਉਸਨੇ ਕੀ ਕੀਤਾ ਕਿ ਉਹ ਸਵਰਗ ਚੜ੍ਹਨ ਵਿੱਚ ਸਫਲ ਹੋ ਗਿਆ। 했다고요? ਇਹ ਲਿਖਿਆ ਹੈ ਕਿ ਉਸਦੇ ਚੁੱਕੇ ਜਾਣ ਤੋਂ ਪਹਿਲਾਂ ਉਸਦੀ ਇਹ ਗਵਾਹੀ ਦਿੱਤੀ ਗਈ ਸੀ ਕਿ ਉਸਨੇ ਪਰਮੇਸ਼ਰ ਨੂੰ ਖੁਸ਼ ਕੀਤਾ ਹੈ। ਕਿ ਅਸੀਂ ਇਹ ਨਹੀਂ ਦੇਖ ਸਕਦੇ ਕਿ ਉਸਨੇ ਹਮੇਸ਼ਾ ਪਰਮੇਸ਼ਰ ਨੂੰ ਖੁਸ਼ ਕੀਤਾ ਅਤੇ ਜੀਵਨ ਭਰ ਉਸ ਦੀ ਮਹਿਮਾ ਕੀਤੀ। 있겠습니까? ਮਹੱਤਵਪੂਰਨ ਗੱਲ ਸਿਰਫ ਇਹ ਜਾਣਨਾ ਨਹੀਂ ਹੈ ਕਿ ਅਸੀਂ ਸਵਰਗ ਨੂੰ ਚੜ੍ਹ ਸਕਦੇ ਹਾਂ, ਬਲਕਿ ਉਸਦੇ ਵਾਂਗ ਬਣਨ ਲਈ ਸਫਲ ਹੋਣਾ ਹੈ ਅਤੇ ਸਵਰਗ ਜਾਣ ਦੀ ਮਹਿਮਾ ਵਿੱਚ ਭਾਗ ਲੈਣਾ ਹੈ। ਪਰਮੇਸ਼ਰ ਨੂੰ ਖੁਸ਼ ਕਰਨ ਵਾਲੇ ਦੇ ਰੂਪ ਵਿੱਚ ਸਾਡੀ ਗਵਾਹੀ ਕਿਵੇਂ ਦਿੱਤੀ ਜਾ ਸਕਦੀ ਹੈ? ਸਾਨੂੰ ਪਰਮੇਸ਼ਰ ਨੂੰ ਖੁਸ਼ ਕਰਨ ਵਾਲੇ ਵਿਸ਼ਵਾਸ ਦੇ ਰਾਹ ਉੱਤੇ ਚੱਲਣਾ ਚਾਹੀਦਾ ਹੈ। ਧਰਤੀ ਉੱਤੇ ਸਾਡਾ ਜੀਵਨ ਬਹੁਤ ਛੋਟਾ ਹੈ। ਭਲੇ ਹੀ ਪਰਮੇਸ਼ਰ ਨੇ ਸਾਨੂੰ ਧਰਤੀ ਉੱਤੇ ਸਿਰਫ ਥੋੜਾ ਸਮਾਂ ਦਿੱਤਾ ਹੈ, ਪਰ ਉਹ ਚਾਹੁੰਦੇ ਹਨ ਕਿ ਅਸੀਂ ਸਵਰਗੀ ਸੰਤਾਨ ਬਣੀਏ ਜੋ ਸਾਡੇ ਸੀਮਿਤ ਜੀਵਨ ਕਾਲ ਵਿੱਚ ਉਹਨਾਂ ਨੂੰ ਬਹੁਤ ਖੁਸ਼ੀ ਅਤੇ ਮਹਿਮਾ ਦਿੰਦੀ ਹੈ। 말하셨습니다. ਇਸ ਦਾ ਇੱਕ ਉਦਾਹਰਨ ਨੂਹ ਹੈ ਜਿਸ ਨੇ ਇਸ ਨੂੰ ਹਾਸਲ ਕੀਤਾ। ਆਓ ਅਸੀਂ ਉਤਪਤੀ ਅਧਿਆਇ 6 ਵਚਨ 9 ਵਿੱਚ ਪਰਮੇਸ਼ਰ ਦਾ ਵਚਨ ਦੇਖੀਏ। ਇਹ ਨੂਹ ਦੀ ਕੁਲ ਪੱਤਰੀ ਹੈ। ਨੂਹ ਇੱਕ ਧਰਮੀ ਮਨੁੱਖ ਸੀ ਅਤੇ ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ। ਅਤੇ ਨੂਹ ਕੀ ਕਰਦਾ? 하나님과 ਨੂਹ ਪਰਮੇਸ਼ਰ ਦੇ ਨਾਲ ਚੱਲਦਾ ਰਿਹਾ। 하나님 ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸਨੇ ਉਹੀ ਕੀਤਾ ਜੋ ਪਰਮੇਸ਼ਰ ਨੇ ਕੀਤਾ। 했습니까? ਇਸ ਦਾ ਮਤਲਬ ਹੈ ਕਿ ਉਸਨੇ ਪਰਮੇਸ਼ਰ ਦੇ ਨਾਲ ਸਭ ਕੁਝ ਕੀਤਾ। 되겠습니다. ਨੂਹ ਦੇ ਸਮੇਂ ਵਿੱਚ ਧਰਤੀ ਹਿੰਸਾ, ਬਹੁਤ ਬੁਰੀਾਈ ਅਤੇ ਲੋਕਾਂ ਦੇ ਜਨਾਹ ਤੋਂ ਭਰੀ ਹੋਣ ਦੇ ਕਾਰਨ 온난한 ਪਰਮੇਸ਼ਰ ਨੇ ਜਲ ਦੇ ਦੁਆਰਾ ਦੁਨੀਆ ਨੂੰ ਨਸ਼ਟ ਕਰ ਦਿੱਤਾ। 그래서 물러서 이 세상을 심판하셨던 때였습니다. 그러나 ਪਰ ਨੂਹ ਦੇ ਬਾਰੇ ਵਿੱਚ ਕੀ? ਉਸਨੇ ਹਮੇਸ਼ਾ ਪਰਮੇਸ਼ਰ ਦੇ ਨਾਲ ਚੱਲਦੇ ਹੋਏ ਇਸ ਤਰ੍ਹਾਂ ਦਾ ਜੀਵਨ ਬਤੀਤ ਕੀਤਾ ਜਿਸ ਨਾਲ ਪਰਮੇਸ਼ਰ ਖੁਸ਼ ਹੋਏ। 그래서 ਪਰਮੇਸ਼ਰ ਨੇ ਨੂਹ ਦੇ ਬਾਰੇ ਕਿਹਾ, ਨੂਹ ਧਰਮੀ ਮਨੁੱਖ 노아는 ਅਤੇ ਆਪਣੇ ਸਮੇਂ ਦੇ ਲੋਕਾਂ ਵਿੱਚ ਸੰਪੂਰਨ ਸੀ। ਉਸਨੇ ਪਰਮੇਸ਼ਰ ਦੇ ਸਨਮੁਖ ਧਰਮੀ ਹੋ ਕੇ ਪਰਮੇਸ਼ਰ ਨੂੰ ਖੁਸ਼ ਕੀਤਾ। ਉਹ ਹਮੇਸ਼ਾ ਉਹ ਕਰਦੇ ਹੋਏ ਪਰਮੇਸ਼ਰ ਦੇ ਨਾਲ ਤੁਰਦਾ ਸੀ ਜਿਸ ਤੋਂ ਪਰਮੇਸ਼ਰ ਖੁਸ਼ ਹੁੰਦੇ ਸੀ। ਉਹ ਕਦੇ ਵੀ ਪਰਮੇਸ਼ਰ ਨੂੰ ਛੱਡੇ ਬਿਨਾਂ ਪਰਮੇਸ਼ਰ ਦੇ ਨਾਲ ਚੱਲਿਆ। ਨਤੀਜੇ ਵਜੋਂ ਕਿ ਉਹ ਅਤੇ ਉਸ ਦਾ ਪਰਿਵਾਰ ਉਸ ਨਿਆਂ ਤੋਂ ਨਹੀਂ ਬਚਾਏ ਗਏ ਜੋ ਪਰਮੇਸ਼ਰ ਜਲ ਦੇ ਨਾਲ ਲਿਆਏ ਸਨ। ਆਓ ਅਸੀਂ ਦੂਸਰਾ ਰਾਜਿਆਂ ਦੀ ਪੁਸਤਕ ਅਧਿਆਇ 2 ਵਿੱਚ ਏਲੀਆ ਦੇ ਕੰਮ ਦੇ ਬਾਰੇ ਵਿੱਚ ਅਧਿਐਨ ਕਰੀਏ। ਆਓ ਅਸੀਂ ਅਧਿਆਇ 2 ਵਚਨ 1 ਪੜ੍ਹੀਏ। ਤਾਂ ਐ ਹੋਇਆ ਭਾਈ ਜਦ ਯਹੋਵਾ ਏਲੀਆ ਨੂੰ ਇੱਕ ਵਾਵਰੋਲੇ ਵਿੱਚ ਆਕਾਸ਼ ਨੂੰ ਚੁੱਕਣ ਵਾਲਾ ਸੀ ਤਾਂ ਏਲੀਆ ਅਲੀਸ਼ਾ ਨਾਲ ਗਿਲਗਾਲ ਤੋਂ ਤੁਰਿਆ। 들어갔고였습니다. ਆਓ ਅਸੀਂ ਵਚਨ 9 ਦੇ ਨਾਲ ਜਾਰੀ ਰਹੀਏ। 한번 살펴보도록 하겠습니다. ਫਿਰ ਐ ਹੋਇਆ ਭਾਈ ਜਦ ਉਹ ਪਾਰ ਲੰਘ ਰਹੇ ਸਨ ਤਾਂ ਏਲੀਆ ਨੇ ਅਲੀਸ਼ਾ ਨੂੰ ਆਖਿਆ, ਇਸ ਤੋਂ ਪਹਿਲਾਂ ਭਾਈ ਮੈਂ ਤੇਥੋਂ ਲੈ ਲਿਆ ਜਾਵਾਂ, ਦੱਸ ਭਾਈ ਮੈਂ ਤੇਰੇ ਲਈ ਕੀ ਕਰਾਂ? 엘리사가 가로되 ਅਤੇ ਐਲੀਸ਼ਾ ਬੋਲਿਆ, ਤੇਰੇ ਆਤਮਾ ਦਾ ਦੋਹਰਾ ਹਿੱਸਾ ਮੇਰੇ ਉੱਤੇ ਹੋਵੇ। ਉਹਨੇ ਆਖਿਆ, ਤੈਂ ਔਖਾ ਸਵਾਲ ਕੀਤਾ ਹੈ। ਜੇ ਤੂੰ ਮੈਨੂੰ ਉਦੋਂ ਵੇਖੇ ਜਦ ਮੈਂ ਤੇਥੋਂ ਲੈ ਲਿਆ ਜਾਵਾਂ ਤਾਂ ਤੇਰੇ ਲਈ ਉਵੇਂ ਹੀ ਹੋਵੇਗਾ, ਪਰ ਜੇ ਨਹੀਂ ਤਾਂ ਇਹੋ ਨਹੀਂ ਹੋਵੇਗਾ। 오지 아니하리라 하고 ਉਹ ਤੁਰਦੇ ਤੁਰਦੇ ਗੱਲਾਂ ਕਰ ਰਹੇ ਸਨ ਕਿ ਅਚਾਨਕ ਇੱਕ ਅਗਨੀ ਰੱਥ ਅਤੇ ਅਗਨੀ ਘੋੜਿਆਂ ਨੇ ਉਸ ਨੂੰ ਵੱਖਰਾ ਕੀਤਾ। ਅਤੇ ਕੀ ਹੋਇਆ? ਏਲੀਆ ਵਾਵਰੋਲੇ ਵਿੱਚ ਹੋ ਕੇ ਸਵਰਗ ਨੂੰ ਚੜ ਗਿਆ। ਇਹ ਉਹ ਦ੍ਰਿਸ਼ ਹੈ ਜਿੱਥੇ ਏਲੀਆ ਵਾਵਰੋਲੇ ਵਿੱਚ ਹੋ ਕੇ ਸਵਰਗ ਨੂੰ ਚੜ ਗਿਆ।
ਪਰਮੇਸ਼ਰ ਹਮੇਸ਼ਾ ਏਲੀਆ ਦੇ ਨਾਲ ਰਹੇ। 하나님께서 함께 하시고 ਕਿ ਉਹ ਏਲੀਆ ਨਹੀਂ ਸੀ ਜਿਸ ਨੇ 850 ਝੂਠੇ ਨਬੀਆਂ ਦਾ ਸਾਹਮਣਾ ਕੀਤਾ ਸੀ। 그 장면도 있었지 않습니까? ਬਾਈਬਲ ਵਿੱਚ ਲਿਖਿਆ ਗਿਆ ਹੈ ਕਿ ਕਿਸ ਤਰ੍ਹਾਂ ਉਸਨੇ ਸਭ ਝੂਠੇ ਨਬੀਆਂ ਨੂੰ ਹਰਾਇਆ ਅਤੇ ਉਹਨਾਂ ਨੂੰ ਤਬਾਹ ਕਰ ਦਿੱਤਾ। 되었습니다. ਉਸਨੇ ਇੱਕ ਇਸ ਤਰ੍ਹਾਂ ਦਾ ਜੀਵਨ ਬਤੀਤ ਕੀਤਾ ਜਿਸ ਨੇ ਪਰਮੇਸ਼ਰ ਨੂੰ ਹਮੇਸ਼ਾ ਖੁਸ਼ ਕੀਤਾ। 그 ਉਸ ਸਮੇਂ ਰਾਜਾ ਆਹਾਬ ਅਤੇ ਇਜ਼ਬੈਲ ਨੇ ਬਾਲ ਅਤੇ ਹੋਰ ਕਈ ਮੂਰਤੀਆਂ ਦੀ ਪੂਜਾ ਕੀਤੀ ਸੀ। ਏਲੀਆ ਨੇ ਹਮੇਸ਼ਾ ਉਹਨਾਂ ਦੇ ਕੁਕਰਮ ਬਾਰੇ ਉਹਨਾਂ ਨੂੰ ਕਿਹਾ, ਤੁਸੀਂ ਜੋ ਕਰ ਰਹੇ ਹੋ ਉਹ ਗਲਤ ਹੈ, ਤੁਹਾਨੂੰ ਆਪਣੇ ਬੁਰੇ ਰਾਹ ਤੋਂ ਮੁੜਨ ਦੀ ਲੋੜ ਹੈ। ਏਲੀਆ ਨੇ ਰਾਜਾ ਆਹਾਬ ਅਤੇ ਰਾਣੀ ਇਜ਼ਾਬੈਲ ਦੇ ਸਾਰੇ ਗਲਤ ਕੰਮਾਂ ਨੂੰ ਦੱਸਦੇ ਹੋਏ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਰਾਹਾਂ ਨੂੰ ਬਦਲ ਦੇਵੇ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਇਸ ਯੁੱਗ ਵਿੱਚ ਵੀ ਜਦ ਅਸੀਂ ਪਰਮੇਸ਼ਰ ਨੂੰ ਖੁਸ਼ ਕਰਦੇ ਹੋਏ ਉਹਨਾਂ ਦੇ ਨਾਲ ਤੁਰਦੇ ਹਾਂ ਤਾਂ ਅਸੀਂ ਠੀਕ ਏਲੀਆ ਦੇ ਵਾਂਗ ਸਵਰਗ ਨੂੰ ਚੜ੍ਹ ਸਕਦੇ ਹਾਂ ਅਤੇ ਉਹਨਾਂ ਲੋਕਾਂ ਦੀ ਮਹਿਮਾ ਵਿੱਚ ਸ਼ਾਮਿਲ ਹੋ ਸਕਦੇ ਹਾਂ ਜੋ ਹਨੋਕ ਦੀ ਤਰ੍ਹਾਂ ਉੱਪਰ ਚੁੱਕ ਲਿੱਤੇ ਗਏ ਸੀ। ਸਾਰੇ ਲੋਕੋ, ਇਸ ਯੁੱਗ ਵਿੱਚ ਸਾਨੂੰ ਹਮੇਸ਼ਾ ਪਰਮੇਸ਼ਰ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਜੀਵਨ ਭਰ ਉਹਨਾਂ ਨੂੰ ਖੁਸ਼ ਕਰਦੇ ਹੋਏ ਉਹਨਾਂ ਦੇ ਨਾਲ ਤੁਰਨਾ ਚਾਹੀਦਾ ਹੈ। ਬਾਈਬਲ ਸਾਨੂੰ ਸਿਖਾਉਂਦੀ ਹੈ 항상 하나님과 ਕਿ ਏਲੀਆ ਹਮੇਸ਼ਾ ਆਪਣੇ ਜੀਵਨ ਕਾਲ ਵਿੱਚ ਪਰਮੇਸ਼ਰ ਦੇ ਨਾਲ ਤੁਰਦਾ ਸੀ। 동행하면서 ਹਨੋਕ ਵੀ ਹਮੇਸ਼ਾ ਪਰਮੇਸ਼ਰ ਦੇ ਨਾਲ ਤੁਰਦਾ ਸੀ ਅਤੇ ਆਪਣੇ ਜੀਵਨ ਦੇ ਸਭ ਦਿਨਾਂ ਵਿੱਚ ਉਹਨਾਂ ਨੂੰ ਖੁਸ਼ ਕਰਦਾ ਸੀ। ਆਓ ਅਸੀਂ ਮਲਾਕੀ ਦੀ ਪੁਸਤਕ ਅਧਿਆਇ 3 ਖੋਲੀਏ। ਇੱਥੇ ਅਸੀਂ ਉਸ ਦ੍ਰਿਸ਼ ਨੂੰ ਦੇਖ ਸਕਦੇ ਹਾਂ ਜਿੱਥੇ ਪਰਮੇਸ਼ਰ ਸਾਨੂੰ ਇਹ ਭੇਦ ਸਿਖਾਉਂਦੇ ਹਨ ਕਿ ਅਸੀਂ ਇਸ ਯੁੱਗ ਵਿੱਚ ਪਰਮੇਸ਼ਰ ਦੇ ਨਾਲ ਕਿਵੇਂ ਚੱਲ ਸਕਦੇ ਹਾਂ। ਆਓ ਅਸੀਂ ਅਧਿਆਇ 3 ਵਚਨ 7 ਪੜ੍ਹਦੇ ਹੋਏ ਇਸ ਨੂੰ ਜਾਰੀ ਰੱਖੀਏ। ਆਪਣੇ ਪਿਓ ਦਾਦਿਆਂ ਦੇ ਦਿਨਾਂ ਤੋਂ ਮੇਰੀ ਵਿਧੀਆਂ ਤੋਂ ਬੇਮੁਖ ਹੁੰਦੇ ਆਏ ਹੋ, ਤੁਸਾਂ ਉਹਨਾਂ ਦੀ ਪਾਲਣਾ ਨਹੀਂ ਕੀਤੀ। ਦਾਨੀਏਲ ਅਧਿਆਇ 9 ਵਿੱਚ ਪਰਮੇਸ਼ਰ ਦੀਆਂ ਵਿਧੀਆਂ ਤੋਂ ਬੇਮੁਖ ਅਤੇ ਉਹਨਾਂ ਦੇ ਹੁਕਮਾਂ ਨੂੰ ਨਾ ਮੰਨਣ ਦੇ ਕੰਮ ਨੂੰ ਬਗਾਵਤ ਕਿਹਾ ਗਿਆ ਹੈ। 이렇게 표현되어 있습니다. ਆਤਮਿਕ ਨਜ਼ਰੀਏ ਨਾਲ ਪਰਮੇਸ਼ਰ ਦੀਆਂ ਵਿਧੀਆਂ ਨੂੰ ਨਾ ਮੰਨਣ ਦਾ ਕੰਮ ਹੀ ਬਗਾਵਤ ਕਰਨਾ ਹੈ। 하게 되면 ਦੂਸਰੇ ਸ਼ਬਦਾਂ ਵਿੱਚ ਇਹ ਉਸ ਵਿਅਕਤੀ ਦੇ ਵਾਂਗ ਹੈ ਜੋ ਰਾਜਾ ਦੁਆਰਾ ਜਾਰੀ ਕੀਤੇ ਗਏ ਸ਼ਾਹੀ ਹੁਕਮ ਦਾ ਪਾਲਣ ਕਰਨ ਤੋਂ ਇਨਕਾਰ ਕਰਦਾ ਅਤੇ ਮਨਾ ਕਰਦਾ ਹੈ। ਨਤੀਜੇ ਵਜੋਂ ਜੋ ਕੋਈ ਇਸ ਤਰ੍ਹਾਂ ਦਾ ਕੁਝ ਕਰਦਾ ਹੈ ਉਸ ਉੱਤੇ ਬਗਾਵਤ ਕਰਨ ਵਾਲੇ ਦਾ ਦੋਸ਼ ਲਗਾਇਆ ਜਾਵੇਗਾ। ਦਾਨੀਏਲ ਵਿੱਚ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਦੱਸਿਆ ਗਿਆ ਹੈ, ਅਸੀਂ ਬਗਾਵਤ ਕੀਤੀ ਹੈ ਅਤੇ ਪਰਮੇਸ਼ਰ ਦੇ ਹੁਕਮਾਂ ਅਤੇ ਨਿਯਮਾਂ ਨੂੰ ਤੋੜ ਦਿੱਤਾ ਹੈ। ਇਹ ਬਾਈਬਲ ਵਿੱਚ ਸਪਸ਼ਟ ਰੂਪ ਨਾਲ ਲਿਖਿਆ ਗਿਆ ਹੈ। ਇਸ ਨੂੰ ਮਲਾਕੀ ਅਧਿਆਇ 3 ਵਿੱਚ ਵੀ ਲਿਖਿਆ ਗਿਆ ਹੈ। ਆਪਣੇ ਪਿਓ ਦਾਦਿਆਂ ਦੇ ਦਿਨਾਂ ਤੋਂ ਤੁਸੀਂ ਲੋਕ ਮੇਰੀ ਵਿਧੀਆਂ ਤੋਂ ਬੇਮੁਖ ਹੁੰਦੇ ਆਏ ਹੋ ਅਤੇ ਉਹ ਕੀ ਨਹੀਂ ਕਰਦੇ, ਉਹਨਾਂ ਦਾ ਪਾਲਣ ਨਹੀਂ ਕਰਦੇ। ਪਰਮੇਸ਼ਰ ਉਹਨਾਂ ਤੋਂ ਬਿਲਕੁਲ ਖੁਸ਼ ਨਹੀਂ ਸਨ, ਉਹਨਾਂ ਦਾ ਪਾਲਣ ਨਹੀਂ ਕਰਦੇ। ਤੁਸੀਂ ਮੇਰੇ ਵੱਲ ਮੁੜੋ, 내게로 돌아오라. ਤੁਸੀਂ ਮੇਰੇ ਵੱਲ ਮੁੜੋ। ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੂੰ ਪਰਮੇਸ਼ਰ ਦੀਆਂ ਵਿਧੀਆਂ, ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਤੁਸੀਂ ਮੇਰੇ ਵੱਲ ਮੁੜੋ ਤਾਂ ਮੈਂ ਤੁਹਾਡੇ ਵੱਲ ਮੁੜਾਂਗਾ। ਸੈਨਾ ਦੇ ਯਹੋਵਾ ਦਾ ਇਹੀ ਵਚਨ ਹੈ। 하였더니 ਪਰ ਤੁਸੀਂ ਆਖਦੇ ਹੋ ਅਸੀਂ ਕਿਹੜੀ ਗੱਲ ਵਿੱਚ ਮੁੜੀਏ? ਅਸੀਂ ਕਿਸ ਤਰ੍ਹਾਂ ਮੁੜ ਸਕਦੇ ਹਾਂ? ਪਰਮੇਸ਼ਰ ਨੂੰ ਖੁਸ਼ ਕਰਨ ਅਤੇ ਉਹਨਾਂ ਦੇ ਨਾਲ ਤੁਰਨ ਦੇ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਸਾਨੂੰ ਸਿਖਾਓ ਕਿ ਪਰਮੇਸ਼ਰ ਦੇ ਨਾਲ ਕਿਸ ਤਰ੍ਹਾਂ ਤੁਰਨਾ ਹੈ। ਸਾਨੂੰ ਉਹ ਰਾਹ ਸਿਖਾਓ ਕਿ ਅਸੀਂ ਪਰਮੇਸ਼ਰ ਨੂੰ ਕਿਸ ਤਰ੍ਹਾਂ ਖੁਸ਼ ਕਰ ਸਕਦੇ ਹਾਂ ਅਤੇ ਕਿਸ ਤਰ੍ਹਾਂ ਉਹਨਾਂ ਦੀ ਮਹਿਮਾ ਕਰ ਸਕਦੇ ਹਾਂ। ਇਸ ਗੱਲ ਦਾ ਜ਼ਿਕਰ ਬਾਈਬਲ ਵਿੱਚ ਮਲਾਕੀ ਦੀ ਪੁਸਤਕ ਅਧਿਆਇ 3 ਵਿੱਚ ਕੀਤਾ ਗਿਆ ਹੈ। 언급하고 있습니다. ਵਚਨ 8 ਕਿ ਕੋਈ ਆਦਮੀ ਪਰਮੇਸ਼ਰ ਨੂੰ ਠੱਗੇਗਾ, 하겠느냐? 그러나 ਪਰ ਤੁਸਾਂ ਮੈਨੂੰ ਠੱਗ ਲਿਆ ਅਤੇ ਤੁਸੀਂ ਆਖਦੇ ਹੋ ਕਿਹੜੀ ਗੱਲ ਵਿੱਚ ਅਸਾਂ ਤੈਨੂੰ ਠੱਗ ਲਿਆ? 도적질하였나이까? ਦਸਵੰਧਾ ਅਤੇ ਭੇਂਟਾਂ ਵਿੱਚ। 11조와 헌물이라. ਤੁਹਾਡੇ ਉੱਤੇ ਕੀ ਪਿਆ ਹੈ? ਭਾਰੀ ਸ਼ਰਾਪ ਪਿਆ ਹੈ, ਕਿਉਂ ਜੋ ਤੁਸੀਂ ਮੈਨੂੰ ਠੱਗਦੇ ਹੋ। ਸਗੋਂ ਸਾਰੀਆਂ ਕੌਮਾਂ ਇਸ ਤਰ੍ਹਾਂ ਕਰਦੀਆਂ ਹਨ। ਸਾਰੇ ਲੋਕੋ, ਜਿਵੇਂ ਕਿ ਜ਼ਿਕਰ ਕੀਤਾ ਗਿਆ ਹੈ, ਭਾਵੇਂ ਉਹ ਸਬਤ ਹੋਵੇ ਜਾਂ ਪਸਾਹ ਜਾਂ ਪਰਮੇਸ਼ਰ ਦਾ ਕੋਈ ਵੀ ਪਰਬ ਹੋਵੇ, ਪਰਮੇਸ਼ਰ ਦੀਆਂ ਵਿਧੀਆਂ ਤੋਂ ਮੁੜ ਜਾਣਾ ਪਰਮੇਸ਼ਰ ਦੇ ਵਿਰੁੱਧ ਆਤਮਿਕ ਬਗਾਵਤ ਕਰਨ ਦਾ ਕੰਮ ਹੈ। ਇਹ ਇੱਕ ਸਿੱਖਿਆ ਹੈ ਜਿਸ ਨੂੰ ਸਾਨੂੰ ਹਮੇਸ਼ਾ ਆਪਣੇ ਦਿਲਾਂ ਉੱਤੇ ਲਿਖਣਾ ਚਾਹੀਦਾ ਹੈ। ਜਦੋਂ ਅਸੀਂ ਇਸ ਸੰਸਾਰ ਦੀ ਪ੍ਰਣਾਲੀ ਦੇ ਅਨੁਸਾਰ ਪਰਮੇਸ਼ਰ ਦੇ ਅਹੁਦੇ ਉੱਤੇ ਵਿਚਾਰ ਕਰੀਏ ਕਿ ਉਹ ਰਾਜਿਆਂ ਦਾ ਰਾਜਾ ਨਹੀਂ ਹੈ, 그렇지 않습니까? ਰਾਜਾ ਦੇ ਹੁਕਮਾਂ ਨੂੰ ਰੱਦ ਕਰਨਾ ਬਗਾਵਤ ਕਰਨਾ ਹੈ। 오늘 ਸਵਰਗ ਜਾਣ ਦਾ ਦਿਨ ਸੰਸਾਰ ਦੇ ਲੋਕਾਂ ਲਈ 세상 ਸਿਰਫ ਇੱਕ ਆਮ ਦਿਨ ਹੈ। 그저 평범한 평일입니다. ਸਵਰਗ ਦੇ ਲੋਕਾਂ ਦੇ ਲਈ ਕਿ ਇਹ ਪਰਮੇਸ਼ਰ ਦਾ ਬਹੁਤ ਮਹੱਤਵਪੂਰਨ ਪਰਬ ਨਹੀਂ ਹੈ। ਪਰਮੇਸ਼ਰ ਆਪਣੇ ਪਰਬ ਦੇ ਦੁਆਰਾ ਉਹਨਾਂ ਲੋਕਾਂ ਵਿਚਕਾਰ ਫਰਕ ਕਰਦੇ ਹਨ ਅਤੇ ਉਹਨਾਂ ਨੂੰ ਵੱਖਰਾ ਕਰਦੇ ਹਨ ਜੋ ਪਰਮੇਸ਼ਰ ਦੀ ਸੰਤਾਨ ਹਨ ਅਤੇ ਜੋ ਪਰਮੇਸ਼ਰ ਦੀ ਸੰਤਾਨ ਨਹੀਂ ਹਨ। ਜਿਸ ਤਰ੍ਹਾਂ ਹਨੋਕ ਦਾ ਸਵਰਗ ਜਾਣਾ ਹੋਇਆ, ਏਲੀਆ ਦਾ ਸਵਰਗ ਜਾਣਾ ਹੋਇਆ ਅਤੇ ਯਿਸੂ ਮਸੀਹ ਦਾ ਸਵਰਗ ਜਾਣਾ ਹੋਇਆ,
예수 ਉਸ ਤਰ੍ਹਾਂ ਪਰਮੇਸ਼ਰ ਨੇ ਸਵਰਗ ਦੀਆਂ ਸੰਤਾਨਾਂ ਨੂੰ ਕੀ ਮਨਾਉਣ ਦੇ ਲਈ ਕਿਹਾ ਤਾਂ ਜੋ ਉਹ ਵੀ ਸਵਰਗ ਜਾਣ ਦੀ ਮਹਿਮਾ ਵਿੱਚ ਭਾਗ ਲੈ ਸਕਣ। ਪਰਮੇਸ਼ਰ ਨੇ ਕਿਹਾ, ਮੇਰੀ ਵਿਧੀਆਂ ਨੂੰ ਮੰਨੋ ਅਤੇ ਮੇਰੇ ਵੱਲ ਮੁੜੋ। ਆਪਣੇ ਪਿਓ ਦਾਦਿਆਂ ਦੇ ਦਿਨਾਂ ਤੋਂ ਤੁਸੀਂ ਲੋਕ ਮੇਰੀ ਵਿਧੀਆਂ ਤੋਂ ਬੇਮੁਖ ਹੁੰਦੇ ਆਏ ਹੋ ਅਤੇ ਉਹਨਾਂ ਦਾ ਪਾਲਣ ਨਹੀਂ ਕਰਦੇ, ਪਰ ਹੁਣ ਤੋਂ ਤੁਹਾਨੂੰ ਮੇਰੀ ਵਿਧੀਆਂ ਨੂੰ ਮੰਨਣਾ ਚਾਹੀਦਾ ਹੈ, ਮੇਰੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਮੇਰੇ ਨਿਯਮਾਂ ਨੂੰ ਮੰਨਣਾ ਚਾਹੀਦਾ ਹੈ। ਪਰਮੇਸ਼ਰ ਨੇ ਇਹ ਵੀ ਕਿਹਾ, ਤੁਸੀਂ ਮੇਰੇ ਤੋਂ ਬੇਮੁਖ ਹੁੰਦੇ ਆਏ ਹੋ ਅਤੇ ਮੇਰੇ ਤੋਂ ਗੁੰਮਰਾਹ ਹੋ ਗਏ ਹੋ। ਤਦ ਕਈ ਲੋਕ ਪੁੱਛ ਸਕਦੇ ਹਨ, ਅਸੀਂ ਕਿਵੇਂ ਪ੍ਰਭੂ ਵੱਲ ਮੁੜੀਏ? 돌아갈 수 있겠습니까? ਅਸੀਂ ਤੁਹਾਡੇ ਵਿਰੁੱਧ ਬਗਾਵਤ ਕੀਤੀ ਹੈ, ਸਾਨੂੰ ਆਪਣੇ ਸਾਰੇ ਪਾਪਾਂ ਤੋਂ ਮੁੜਨ ਅਤੇ ਪਰਮੇਸ਼ਰ ਦੇ ਕੋਲ ਵਾਪਸ ਆਉਣ ਦੇ ਲਈ ਕੀ ਕਰਨ ਦੀ ਲੋੜ ਹੈ? ਅਸੀਂ ਆਪਣੇ ਪੁਰਾਣੇ ਅਹੁਦਿਆਂ ਉੱਤੇ ਕਿਵੇਂ ਬਹਾਲ ਹੋ ਸਕਦੇ ਹਾਂ? ਤੁਹਾਨੂੰ ਮੇਰੀ ਵਿਧੀਆਂ, ਮੇਰੇ ਹੁਕਮਾਂ ਅਤੇ ਮੇਰੇ ਨਿਯਮਾਂ ਨੂੰ ਮੰਨਣਾ ਚਾਹੀਦਾ ਹੈ। ਹੁਣ ਵੀ ਬਹੁਤ ਦੇਰ ਨਹੀਂ ਹੋਈ ਹੈ। ਇਹ ਪਰਮੇਸ਼ਰ ਦੀ ਇੱਛਾ ਹੈ। ਇਸ ਅੰਤਮ ਯੁੱਗ ਵਿੱਚ ਜੋ ਲੋਕ ਪਰਮੇਸ਼ਰ ਦੀਆਂ ਵਿਧੀਆਂ, ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰਕੇ ਪਰਮੇਸ਼ਰ ਕੋਲ ਮੁੜ ਆਏ ਹਨ, ਇਹ ਉਹ ਹਨ ਜੋ ਸਵਰਗ ਨੂੰ ਚੜ੍ਹ ਸਕਦੇ ਹਨ। ਇਹ ਉਹੀ ਹਨ ਜੋ ਪਰਮੇਸ਼ਰ ਨੂੰ ਖੁਸ਼ ਕਰਦੇ ਹਨ ਅਤੇ ਉਹਨਾਂ ਨੂੰ ਪਰਮੇਸ਼ਰ ਦੇ ਨਾਲ ਤੁਰਨ ਵਾਲਿਆਂ ਦੇ ਰੂਪ ਵਿੱਚ ਮੰਨਿਆ ਜਾ ਸਕਦਾ ਹੈ। ਹੁਣ ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕ ਪਰਮੇਸ਼ਰ ਉੱਤੇ ਵਿਸ਼ਵਾਸ ਕਰਨ ਦਾ ਦਾਅਵਾ ਕਰਦੇ ਹਨ, ਹਾਲਾਂਕਿ ਕਿਹੜਾ ਚਰਚ ਇਹ ਸਭ ਪੂਰਾ ਕਰ ਰਿਹਾ ਹੈ? ਚਰਚ ਆਫ ਗੋਡ ਇੱਕੋ ਇੱਕ ਚਰਚ ਹੈ ਜੋ ਇਹ ਸਭ ਪੂਰਾ ਕਰਦਾ ਹੈ। ਕਿਉਂਕਿ ਅਸੀਂ ਪਰਮੇਸ਼ਰ ਦੀਆਂ ਵਿਧੀਆਂ, ਹੁਕਮਾਂ ਅਤੇ ਨਿਯਮਾਂ ਨੂੰ ਮੰਨਦੇ ਹਾਂ ਤਾਂ ਅਸੀਂ ਸਵਰਗੀ ਮਾਤਾ ਨਾਲ ਮਿਲੇ ਹਾਂ ਜੋ ਨਵੇਂ ਨੇਮ ਦੀ ਅਸਲੀਅਤ ਹੈ ਅਤੇ ਸਵਰਗੀ ਪਿਤਾ ਜੀ ਨੂੰ ਵੀ ਜਾਣ ਲਿਆ ਹੈ। ਸਬਤ ਅਤੇ ਪਸਾਹ ਮਨਾਉਣਾ ਹੀ ਇੱਕੋ ਇੱਕ ਵਿਧੀ ਨਹੀਂ ਹੈ। ਆਤਮਾ ਤੇ ਲਾੜੀ ਕੋਲ ਵਾਪਸ ਆਉਣਾ ਵੀ ਇੱਕ ਹੁਕਮ ਹੈ। 이것도 ਇਹ ਅੰਤਿਮ ਹੁਕਮ ਹੈ ਜੋ ਪਰਮੇਸ਼ਰ ਨੇ ਮਨੁੱਖ ਜਾਤੀ ਨੂੰ ਦਿੱਤਾ ਹੈ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਦੀ ਪੁਸਤਕ ਅਧਿਆਇ 22 ਖੋਲੀਏ। ਆਓ ਅਸੀਂ ਵਚਨ 17 ਪੜ੍ਹੀਏ। 보시면 ਆਤਮਾ ਅਤੇ ਲਾੜੀ ਆਖਦੀ ਹੈ, ਆਓ। 말씀하시기를 ਜਿਹੜਾ ਸੁਣਦਾ ਹੋਵੇ ਉਹ ਕਹੇ, ਆਓ। 듣는 자도 오라 할 것이요 ਜਿਹੜਾ ਧਿਆਇਆ ਹੋਵੇ ਉਹ ਆਵੇ, ਜਿਹੜਾ ਚਾਹੇ ਅੰਮ੍ਰਿਤ ਜਲ ਮੁਫਤ ਲਵੇ। 받으라 하시니 ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗਮ ਵਕ ਦੀਆਂ ਬਾਣੀਆਂ ਸੁਣਦਾ ਹੈ ਸਾਖੀ ਦਿੰਦਾ ਹਾਂ। 만일 ਜੇ ਕੋਈ ਇਹਨਾਂ ਵਿੱਚੋਂ ਕੁਝ ਵਧਾਵੇ ਤਾਂ ਉਹ ਬਵਾ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਰ ਉਸ ਉੱਤੇ ਵਧਾਵੇਗਾ, ਅਤੇ ਜੇ ਕੋਈ ਇਸ ਅਗੰਮ ਵਾਕ ਦੀ ਪੋਥੀ ਦੀਆਂ ਬਾਣੀਆਂ ਵਿੱਚੋਂ ਕੁਝ ਘਟਾਵੇ ਤਾਂ ਜੀਵਨ ਦੇ ਵਿਰਕਸ਼ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਰ ਉਹਦਾ ਹਿੱਸਾ ਘਟਾਵੇਗਾ। ਇਹਨਾਂ ਵਚਨਾਂ ਬਾਰੇ ਕਿਸ ਨੇ ਸਾਖੀ ਦਿੱਤੀ? ਆਓ ਅਸੀਂ ਵਚਨ 20 ਨੂੰ ਪੜ੍ਹੀਏ। ਜਿਹੜਾ ਇਹਨਾਂ ਗੱਲਾਂ ਦੀ ਸਾਖੀ ਦਿੰਦਾ ਹੈ ਉਹ ਆਖਦਾ ਹੈ, ਭਾਈ ਹਾਂ, ਮੈਂ ਛੇਤੀ ਆਉਂਦਾ ਹਾਂ। ਆਮੀਨ। हे ਪ੍ਰਭੂ ਯਿਸੂ ਆਓ। 오시옵소서라고 했습니다. ਕਿਸ ਨੇ ਕਿਹਾ? ਆਤਮਾ ਤੇ ਲਾੜੀ ਦੋਵੇਂ ਕਹਿੰਦੇ ਹਨ, ਆਓ। 그를 누가 해? ਅਤੇ ਕਿਸ ਨੇ ਕਿਹਾ ਇਹਨਾਂ ਗੱਲਾਂ ਵਿੱਚੋਂ ਨਾ ਕੁਝ ਵਧਾਉਣਾ ਤੇ ਨਾ ਕੁਝ ਘਟਾਉਣਾ? ਇਸ ਭਵਿੱਖਬਾਣੀ ਦੇ ਵਚਨਾਂ ਨੂੰ ਮੰਨੋ। ਇੱਥੇ ਕੌਣ ਗੱਲ ਕਰ ਰਿਹਾ ਹੈ? ਇਹ ਕਹਿੰਦਾ ਹੈ, ਆਮੀਨ। हे ਪ੍ਰਭੂ ਯਿਸੂ ਆ। ਇਸ ਲਈ ਜਿਨ੍ਹਾਂ ਨੇ ਯਹੂਨਾ ਨੂੰ ਇਹਨਾਂ ਸਭ ਬਾਰੇ ਸਾਖੀ ਦੇਣ ਦੀ ਆਗਿਆ ਦਿੱਤੀ ਉਹ ਯਿਸੂ ਸਨ। ਪੁੱਤਰ ਦੇ ਯੁੱਗ ਵਿੱਚ ਉਸ ਦਾ ਨਾਮ ਯਿਸੂ ਸੀ, ਪਰ ਪਵਿੱਤਰ ਆਤਮਾ ਦੇ ਯੁੱਗ ਦੇ ਬਾਰੇ ਵਿੱਚ ਕੀ? ਕਿ ਉਹ ਸਾਡੇ ਪਿਤਾ ਮਸੀਹ ਆਨਸਾਹੋਂਗ ਜੀ ਨਹੀਂ ਹਨ ਅਤੇ ਉਹ ਸਾਡੀ ਸਵਰਗੀ ਮਾਤਾ ਨਵੀਂ ਯਰੂਸ਼ਲਮ ਜੀ ਨਹੀਂ ਹਨ। ਪਰਮੇਸ਼ਰ ਨੂੰ ਖੁਸ਼ ਕਰਨ ਵਾਲੇ ਦੇ ਰੂਪ ਵਿੱਚ ਹਨੋਕ ਦੀ ਸਾਖੀ ਦਿੱਤੇ ਜਾਣ ਮਗਰੋਂ ਉਹ ਚੁੱਕ ਲਿੱਤਾ ਗਿਆ ਕਿਉਂਕਿ ਉਹ ਪਰਮੇਸ਼ਰ ਦੇ ਨਾਲ ਤੁਰਦਾ ਸੀ। ਏਲੀਆ ਵੀ ਪਰਮੇਸ਼ਰ ਦੇ ਨਾਲ ਤੁਰਨ ਤੋਂ ਬਾਅਦ ਉਹਨਾਂ ਨੂੰ ਖੁਸ਼ ਕਰਨ ਵਾਲੇ ਦੇ ਰੂਪ ਵਿੱਚ ਵਾਵਰੋਲੇ ਵਿੱਚ ਸਵਰਗ ਨੂੰ ਚੁੱਕ ਲਿੱਤਾ ਗਿਆ। 2000 ਸਾਲ ਪਹਿਲਾਂ ਯੀਸ਼ੂ ਦੇ ਚੇਲਿਆਂ ਨੇ ਪ੍ਰਚਾਰ ਕੀਤਾ ਕਿ ਯੀਸ਼ੂ ਹੀ ਮਸੀਹ ਹੈ। ਭਲੇ ਹੀ ਉਹਨਾਂ ਨੂੰ ਰੋਮ ਦੇ ਅਧਿਕਾਰੀਆਂ ਤੋਂ ਦੁੱਖ, ਪਰੇਸ਼ਾਨੀ ਅਤੇ ਜ਼ੁਲਮਾਂ ਦਾ ਸਾਹਮਣਾ ਕਰਨਾ ਪਿਆ, ਪਰ ਉਹਨਾਂ ਨੇ ਕਦੇ ਵੀ ਆਪਣਾ ਵਿਸ਼ਵਾਸ ਨਹੀਂ ਛੱਡਿਆ। ਇਸ ਯੁੱਗ ਵਿੱਚ ਅਸੀਂ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਾਂਗੇ ਜਦ ਤੱਕ ਕਿ ਇਹ ਮਹਾਨ ਮਹਿਮਾ ਸਾਨੂੰ ਪ੍ਰਾਪਤ ਨਹੀਂ ਹੋ ਜਾਂਦੀ। 어려움들이 참 많습니다. ਸਾਨੂੰ ਇਸ ਜੀਵਨ ਵਿੱਚ ਸਿਰਫ ਆਰਾਮ ਦੀ ਭਾਲ ਨਹੀਂ ਕਰਨੀ ਚਾਹੀਦੀ ਕਿਉਂਕਿ ਪਰਮੇਸ਼ਰ ਨੇ ਕਿਹਾ ਕਿ ਹਰ ਕੋਈ ਅਸਥਾਈ ਦੁੱਖਾਂ ਤੋਂ ਲੰਘੇਗਾ, ਤਾਂ ਭਾਵੇਂ ਸਾਨੂੰ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਿਉਂ ਨਾ ਕਰਨਾ ਪਵੇ। ਆਓ ਅਸੀਂ ਪਰਮੇਸ਼ਰ ਦੀਆਂ ਵਿਧੀਆਂ, ਹੁਕਮਾਂ ਅਤੇ ਨਿਯਮਾਂ ਨੂੰ ਇਸ ਪੱਕੇ ਵਿਸ਼ਵਾਸ ਦੇ ਨਾਲ ਮੰਨੀਏ ਕਿ ਅਸੀਂ ਪੱਕੇ ਰੂਪ ਨਾਲ ਸਵਰਗ ਦੇ ਰਾਜ ਵਿੱਚ ਜਾਵਾਂਗੇ। ਐਲੀਸ਼ਾ ਕਿਸ ਦੇ ਨਾਲ ਤੁਰਿਆ? 엘리야와 ਉਹ ਏਲੀਆ ਦੇ ਨਾਲ ਤੁਰਿਆ ਕਿ ਉਸਨੇ ਏਲੀਆ ਵਿੱਚ ਜੋ ਆਤਮਾ ਸੀ ਉਸ ਦਾ ਦੋਹਰਾ ਭਾਗ ਮਿਲਣ ਦੀ ਆਸ਼ੀਸ਼ ਨੂੰ ਪਾਇਆ। 또 ਯਹੋਸ਼ੀਆ ਕਿਸ ਦੇ ਨਾਲ ਤੁਰਿਆ? ਉਹ ਮੂਸਾ ਦੇ ਨਾਲ ਤੁਰਿਆ। ਨਤੀਜੇ ਵਜੋਂ ਉਸਨੇ ਕਨਾਨ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਹਰਾਇਆ ਅਤੇ ਅੰਤ ਵਿੱਚ ਉਸਨੇ ਕਨਾਨ ਦੇਸ਼ ਵਿੱਚ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਸੀ ਪੈਰ ਰੱਖਿਆ, ਜਿਸ ਨੂੰ ਪਰਮੇਸ਼ਰ ਨੇ ਇਜ਼ਰਾਈਲੀਆਂ ਨੂੰ ਦਿੱਤਾ। ਪਤਰਸ ਕਿਸ ਦੇ ਨਾਲ ਤੁਰਿਆ? ਉਹ ਯੀਸ਼ੂ ਦੇ ਨਾਲ ਤੁਰਿਆ। ਉਹ ਸਾਰੇ ਉਹੀ ਕੰਮ ਕਰਦੇ ਹੋਏ ਪਰਮੇਸ਼ਰ ਅਤੇ ਪਰਮੇਸ਼ਰ ਦੇ ਨਬੀਆਂ ਦੇ ਨਾਲ ਚੱਲਦੇ ਸਨ।
ਜੋ ਉਹਨਾਂ ਨੂੰ ਖੁਸ਼ ਕਰਦੇ ਸਨ। ਅਲੀਸ਼ਾ ਨੇ ਹਮੇਸ਼ਾ ਉਹੀ ਕੀਤਾ ਜਿਸ ਨਾਲ ਏਲੀਆ ਖੁਸ਼ ਹੁੰਦਾ ਸੀ ਅਤੇ ਯਹੋਸ਼ੀਆ ਇੰਨੇ ਵਿਸ਼ਵਾਸਯੋਗ ਰੂਪ ਨਾਲ ਆਪਣੇ ਵਿਸ਼ਵਾਸ ਦੇ ਰਾਹ ਉੱਤੇ ਤੁਰਿਆ ਕਿ ਪਰਮੇਸ਼ਰ ਨੇ ਉਸ ਨੂੰ ਮੂਸਾ ਦਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ। 베드로 ਪਤਰਸ ਵੀ ਅਸਲ ਵਿੱਚ ਯਿਸੂ ਦੀ ਨਜ਼ਰ ਵਿੱਚ ਵਿਸ਼ਵਾਸਯੋਗ ਸੀ। 듬직했습니다. ਯਿਸੂ ਨੂੰ ਪਤਰਸ ਉੱਤੇ ਇੰਨਾ ਭਰੋਸਾ ਸੀ ਕਿ ਉਹਨਾਂ ਨੇ ਉਸ ਨੂੰ ਕਿਹਾ, ਮੈਂ ਇਸ ਚੱਟਾਨ ਉੱਤੇ ਆਪਣੀ ਕਲੀਸਿਆ ਬਣਾਵਾਂਗਾ। 붙어오셨습니다. ਪਤਰਸ ਨੇ ਹਮੇਸ਼ਾ ਯਿਸੂ ਨੂੰ ਖੁਸ਼ ਕੀਤਾ ਅਤੇ ਉਹਨਾਂ ਦਾ ਪਾਲਨ ਕੀਤਾ। 기쁘게 했죠. ਕਦੇ-ਕਦੇ ਉਸ ਦਾ ਪ੍ਰਗਟਾਵਾ ਹਲਕਾ ਜਿਹਾ ਹੁੰਦਾ ਸੀ, ਜਿਵੇਂ ਕਿ ਹੇ ਪ੍ਰਭੂ ਤੂੰ ਮੇਰੇ ਪੈਰ ਕਦੇ ਨਾ ਧੋ ਪਾਵੇਂਗਾ। ਹੇ ਪ੍ਰਭੂ ਉਹ ਮੈਂ ਹਾਂ ਜਿਸ ਨੂੰ ਤੇਰੇ ਪੈਰ ਧੋਣ ਦੀ ਲੋੜ ਹੈ। ਤੁਸੀਂ ਇਸ ਪਾਪੀ ਦੇ ਪੈਰ ਕਿਵੇਂ ਧੋ ਸਕਦੇ ਹੋ? ਮੈਂ ਤੁਹਾਨੂੰ ਇਸ ਤਰ੍ਹਾਂ ਕਦੇ ਨਹੀਂ ਕਰਨ ਦੇ ਸਕਦਾ। ਯਿਸੂ ਨੇ ਜਵਾਬ ਦਿੱਤਾ, ਤਾਂ ਮੇਰੇ ਨਾਲ ਤੇਰਾ ਕੁਝ ਵੀ ਸਾਂਝਾ ਨਹੀਂ। ਕਿ ਇਹ ਸੱਚ ਹੈ? ਫਿਰ ਸਿਰ ਤੋਂ ਪੈਰ ਤੱਕ ਮੇਰੇ ਪੂਰੇ ਸਰੀਰ ਨੂੰ ਧੋ ਦੇ। ਪਤਰਸ ਨੇ ਕਿਹਾ, ਕਿਰਪਾ ਹਮੇਸ਼ਾ ਮੈਨੂੰ ਤੁਹਾਡੇ ਨਾਲ ਤੁਰਨ ਦਿਓ। ਪਤਰਸ ਯਿਸੂ ਦੇ ਨਾਲ ਤੁਰਿਆ। ਨਤੀਜੇ ਵਜੋਂ ਕਿ ਉਸ ਨੂੰ ਮੁਕਤੀ ਪ੍ਰਾਪਤ ਕਰਨ ਅਤੇ ਸਵਰਗ ਵਿੱਚ ਪ੍ਰਵੇਸ਼ ਕਰਨ ਦੀ ਆਸ਼ੀਸ਼ ਨਹੀਂ ਮਿਲੀ। ਫਿਰ ਇਸ ਯੁੱਗ ਵਿੱਚ ਸਾਨੂੰ ਸਵਰਗ ਜਾਣ ਦੀ ਮਹਿਮਾ ਵਿੱਚ ਭਾਗ ਲੈਣ ਦੇ ਲਈ ਅਤੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੇ ਲਈ ਕਿਸ ਦੇ ਨਾਲ ਤੁਰਨਾ ਚਾਹੀਦਾ ਹੈ ਅਤੇ ਕਿਸ ਨੂੰ ਖੁਸ਼ ਕਰਨਾ ਚਾਹੀਦਾ ਹੈ? ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਦੇ ਅਨੁਸਾਰ, ਜਿਸ ਨੂੰ ਅਸੀਂ ਹੁਣ ਪੜ੍ਹਿਆ ਹੈ, ਸਾਨੂੰ ਆਉਣ ਲਈ ਕੌਣ ਸੱਦਾ ਦੇ ਰਹੇ ਹਨ? ਆਤਮਾ ਤੇ ਲਾੜੀ ਆਓ ਕਹਿੰਦੇ ਹੋਏ ਸਾਨੂੰ ਸੱਦਾ ਦੇ ਰਹੇ ਹਨ। ਜਿਵੇਂ ਪਰਮੇਸ਼ਰ ਨੇ ਅਦਨ ਦੇ ਬਾਗ ਵਿੱਚ ਭਲੇ ਅਤੇ ਬੁਰੇ ਦੇ ਗਿਆਨ ਦੇ ਰੁੱਖ ਵਿੱਚੋਂ ਨਾ ਖਾਣ ਦਾ ਹੁਕਮ ਦਿੱਤਾ ਸੀ, ਉਸ ਤਰ੍ਹਾਂ ਆਤਮਾ ਤੇ ਲਾੜੀ ਦੇ ਕੋਲ ਜਾਣਾ ਵੀ ਪਰਮੇਸ਼ਰ ਦਾ ਹੁਕਮ ਹੈ। ਉਸ ਵਿੱਚੋਂ ਨਾ ਖਾਣਾ ਇੱਕ ਹੁਕਮ ਸੀ ਅਤੇ ਆਓ ਵੀ ਇੱਕ ਹੁਕਮ ਹੈ। ਇਸ ਲਈ ਸਾਨੂੰ ਉਹਨਾਂ ਦੇ ਕੋਲ ਜਾਣਾ ਚਾਹੀਦਾ ਹੈ ਨਾ? ਸਾਨੂੰ ਆਤਮਾ ਤੇ ਲਾੜੀ ਦੀ ਭਾਲ ਕਰਨੀ ਚਾਹੀਦੀ ਹੈ। ਇੱਕ ਵਾਰ ਜਦ ਅਸੀਂ ਉਹਨਾਂ ਦੀ ਭਾਲ ਕਰ ਲੈਂਦੇ ਹਾਂ ਤਾਂ ਸਾਨੂੰ ਖੁਸ਼ੀ-ਖੁਸ਼ੀ ਨਾਲ ਉਹਨਾਂ ਨਾਲ ਤੁਰਨਾ ਚਾਹੀਦਾ ਹੈ। ਸਾਡੇ ਨਾਲ ਵਾਅਦਾ ਕੀਤਾ ਗਿਆ ਹੈ ਕਿ ਜੇਕਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਅਸੀਂ ਸਵਰਗ ਨੂੰ ਚੜ੍ਹ ਜਾਵਾਂਗੇ। ਇਹ ਲਿਖਿਆ ਹੈ, ਮਸੀਹ ਵਿੱਚ ਮਰੇ ਹੋਏ ਲੋਕ ਜੀ ਉੱਠਣਗੇ ਅਤੇ ਅਸੀਂ ਜੋ ਜਿਉਂਦੇ ਅਤੇ ਬਾਕੀ ਹਾਂ ਤਬਦੀਲ ਹੋਵਾਂਗੇ ਅਤੇ ਹਵਾ ਵਿੱਚ ਪ੍ਰਭੂ ਨਾਲ ਮਿਲਾਂਗੇ। ਕਿ ਹਵਾ ਵਿੱਚ ਪ੍ਰਭੂ ਨਾਲ ਮਿਲਣ ਦਾ ਮਤਲਬ ਸਵਰਗ ਜਾਣਾ ਨਹੀਂ ਹੈ। 아니겠습니까? ਆਓ ਅਸੀਂ ਇਸ ਦ੍ਰਿਸ਼ ਨਾਲ ਸੰਬੰਧਿਤ ਵਚਨ ਦੇਖੀਏ। ਆਓ ਅਸੀਂ ਪਹਿਲਾ ਥੈਸਲੋਨੀਕੀਆਂ ਦੀ ਕਿਤਾਬ ਅਧਿਆਇ 4 ਵਚਨ 14 ਪੜ੍ਹੀਏ। ਕਿਉਂਕਿ ਜੇ ਸਾਨੂੰ ਇਹ ਪ੍ਰਤੀਤ ਹੋਈ ਹੈ ਕਿ ਭਾਈ ਯਿਸੂ ਮੋਇਆ ਅਤੇ ਫਿਰ ਜੀ ਉੱਠਿਆ, ਤਾਂ ਇਸੇ ਤਰ੍ਹਾਂ ਪਰਮੇਸ਼ਰ ਉਹਨਾਂ ਨੂੰ ਵੀ ਜਿਹੜੇ ਯਿਸੂ ਵਿੱਚ ਸੋ ਗਏ ਹਨ ਉਹਨਾਂ ਦੇ ਨਾਲ ਲਿਆਵੇਗਾ। ਅਸੀਂ ਪ੍ਰਭੂ ਦੇ ਵਚਨ ਦੇ ਅਨੁਸਾਰ ਤੁਹਾਨੂੰ ਇਹ ਆਖਦੇ ਹਾਂ, ਭਾਈ ਅਸੀਂ ਜਿਹੜੇ ਜਿਉਂਦੇ ਅਤੇ ਪ੍ਰਭੂ ਦੇ ਆਉਣ ਤੀਕ ਬਾਕੀ ਰਹਿੰਦੇ ਹਾਂ, ਸੋ ਉਹਨਾਂ ਤੋਂ ਜਿਹੜੇ ਸੋ ਗਏ ਹਨ ਕਦੇ ਅਗੇਤੇ ਨਾ ਹੋਵਾਂਗੇ। ਇਸ ਲਈ ਜੋ ਪ੍ਰਭੂ ਆਪ ਲਲਕਾਰੇ ਨਾਲ, ਮਹਾਦੂਤ ਦੀ ਆਵਾਜ਼ ਨਾਲ ਅਤੇ ਪਰਮੇਸ਼ਰ ਦੀ ਤੁਰੀ ਨਾਲ ਸਵਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ 일어나고 그 후에 ਉਹ ਪਹਿਲਾਂ ਜੀ ਉੱਠਣਗੇ। ਤਦ ਸਾਡਾ ਜਿਹੜੇ ਜਿਉਂਦੇ ਅਤੇ ਬਾਕੀ ਰਹਿਣਗੇ ਕੀ ਹੋਵੇਗਾ? 했습니까? 끌어올려 ਉਹਨਾਂ ਨਾਲ ਬਦਲਾ ਉੱਤੇ ਉਠਾਏ ਜਾਵਾਂਗੇ ਕਿ ਪ੍ਰਭੂ ਨਾਲ ਹਵਾ ਵਿੱਚ ਮਿਲੀਏ ਅਤੇ ਇਸ ਤਰ੍ਹਾਂ ਅਸੀਂ ਹਮੇਸ਼ਾ ਪ੍ਰਭੂ ਨਾਲ ਰਹਾਂਗੇ। ਇਸ ਪ੍ਰਕਾਰ ਇਹਨਾਂ ਗੱਲਾਂ ਤੋਂ ਇੱਕ ਦੂਜੇ ਨੂੰ ਸ਼ਾਂਤੀ ਦਿਓ। ਸਾਰੇ ਲੋਕੋ, ਜੋ ਲੋਕ ਪਿਤਾ ਦੇ ਯੁੱਗ ਵਿੱਚ ਪਰਮੇਸ਼ਰ ਯਹੋਵਾ ਦੇ ਨਾਲ ਤੁਰਦੇ ਸਨ, ਉਹਨਾਂ ਨੂੰ ਸਵਰਗ ਜਾਣ ਦੀ ਮਹਿਮਾ ਪ੍ਰਾਪਤ ਹੋਈ ਸੀ ਅਤੇ ਜੋ ਲੋਕ ਪੁੱਤਰ ਦੇ ਯੁੱਗ ਵਿੱਚ ਯਿਸੂ ਮਸੀਹ ਦੇ ਨਾਲ ਤੁਰਦੇ ਸਨ, ਉਹਨਾਂ ਨੂੰ ਸਵਰਗ ਜਾਣ ਦੀ ਮਹਿਮਾ ਦਿੱਤੀ ਗਈ ਸੀ। ਫਿਰ ਸਾਨੂੰ ਇਸ ਪਵਿੱਤਰ ਆਤਮਾ ਦੇ ਯੁੱਗ ਵਿੱਚ ਕਿਸ ਦੇ ਨਾਲ ਤੁਰਨਾ ਚਾਹੀਦਾ ਹੈ? 성령과 ਮੈਨੂੰ ਆਸ ਹੈ ਕਿ ਅਸੀਂ ਸਾਰੇ ਆਤਮਾ ਤੇ ਲਾੜੀ ਦੇ ਨਾਲ ਚੱਲ ਕੇ ਅਤੇ ਪਰਮੇਸ਼ਰ ਨੂੰ ਖੁਸ਼ ਕਰਕੇ ਸਵਰਗ ਦੇ ਰਾਜ ਦੀ ਮਹਿਮਾ ਪ੍ਰਾਪਤ ਕਰ ਸਕਾਂਗੇ। 여러분과 제가 꼭 되길 바라겠습니다. ਭਰਾਵੋ ਤੇ ਭੈਣੋ, ਅਸੀਂ ਉਸ ਯੁੱਗ ਵਿੱਚ ਜੀ ਰਹੇ ਹਾਂ ਜਦ ਆਤਮਾ ਤੇ ਲਾੜੀ ਸਾਰੀ ਮਨੁੱਖ ਜਾਤੀ ਨੂੰ ਸੱਦਾ ਦੇ ਰਹੇ ਹਨ। ਇਸ ਯੁੱਗ ਵਿੱਚ ਸਾਨੂੰ ਉਸ ਉਦਾਹਰਨ ਦਾ ਪਾਲਣ ਕਰਨਾ ਚਾਹੀਦਾ ਹੈ ਜੋ ਪਿਤਾ ਨੇ ਸਾਡੇ ਸਾਹਮਣੇ ਰੱਖਿਆ ਹੈ। ਪਿਤਾ ਨੇ ਕਿਹਾ ਕਿ ਉਹ ਕਿਸ ਦਾ ਪਾਲਣ ਕਰਦੇ ਹਨ? ਪਿਤਾ ਨੇ ਕਿਹਾ, ਮੈਂ ਮਾਤਾ ਦਾ ਪਾਲਣ ਕਰਦਾ ਹਾਂ। ਅਸੀਂ ਸਿਓਨ ਦੀਆਂ ਸਾਰੀਆਂ ਸੰਤਾਨਾਂ ਮਾਤਾ ਦੇ ਨਾਲ ਚੱਲ ਰਹੀਆਂ ਹਨ। ਮਾਤਾ ਦੇ ਨਾਲ ਖੁਸ਼ੀ ਨਾਲ ਤੁਰਦੇ ਹੋਏ ਸਾਨੂੰ ਸਿਓਨ ਦੀਆਂ ਸਾਰੀਆਂ ਸੰਤਾਨਾਂ ਨੂੰ ਸਵਰਗੀ ਮਾਤਾ ਦੇ ਨਾਲ ਹਵਾ ਵਿੱਚ ਪਿਤਾ ਨੂੰ ਮਿਲਣਾ ਚਾਹੀਦਾ ਹੈ। ਆਓ ਅਸੀਂ ਸਾਰੇ ਸਵਰਗ ਵਿੱਚ ਹਮੇਸ਼ਾ ਦੇ ਲਈ ਸਦੀਪਕ ਜੀਵਨ ਅਤੇ ਪਰਮੇਸ਼ਰ ਦੀਆਂ ਆਸ਼ੀਸ਼ਾਂ ਦੀ ਖੁਸ਼ੀ ਮਨਾਈਏ। ਇਸ ਦੇ ਦੁਆਰਾ ਮੈਂ ਅੱਜ ਦੇ ਉਪਦੇਸ਼ ਨੂੰ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।